जी लैल साहब हैप्पी न्यू ईयर, नवा साल तुहानू मुबारक होवे। ਗਿੱਲ ਸਾਹਿਬ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ जी दोस्तों, सन 2022 का ये पहला प्रोग्राम है और अज दिन शनिवार यानी कि वीकेंड तो एक दिन का पहला, कल शुक्रवार सी। सो 31 मार्च तो बाद रात को करैकरस चलाए गए पंजाब के। आपां पंजाब की गल ही करांगे कि पंजाब दे विच जगह जगह ते पटाके चलाए गए और जगह जगह ते रोशनाइयां होईयां, गुरु घरां दे विच रौनकां लगियां। श्री दरबार साहिब दे विच अमृतसर दे विच संगतां नतमस्तक होईयां। लैल साहब, ਅੱਜ ਆਪਾਂ ਪੋਲੀਟੀਕਲ ਗੱਲ ਬਾਅਦ ਚ ਕਰਾਂਗੇ, ਪਹਿਲਾਂ ਆਪਾਂ ਗੁਰੂ ਘਰਾਂ ਦੀ ਗੱਲ ਕਰਾਂਗੇ। ਤੁਸੀਂ ਸੈਂਟਰਲੀ ਜਿਹੜੀ ਵਿੰਡੋ ਆ, ਸਾਡੇ ਦੋਨਾਂ ਦੇ ਵਿਚਾਲੇ ਇੱਕ ਵਿੰਡੋ ਹੈ, ਅਸੀਂ ਜੁੜ ਚੁੱਕੇ ਹਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ, ਔਰ ਜਿੱਥੇ ਸਾਡੇ ਪੱਤਰਕਾਰ ਪੰਕਜ ਖੰਨਾ ਜੀ ਜਿਹੜੇ ਕਿ ਨੇ ਉੱਥੇ ਕਵਰ ਕਰ ਰਹੇ ਨੇ। ਔਰ ਪੰਕਜ ਖੰਨਾ ਜੀ ਸਾਨੂੰ ਤਾਜ਼ੀਆਂ ਤਸਵੀਰਾਂ ਜਿਹੜੀਆਂ ਨੇ ਸ਼੍ਰੀ ਦਰਬਾਰ ਸਾਹਿਬ ਤੋਂ ਭੇਜ ਰਹੇ ਨੇ, ਜਿੱਥੇ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੋ ਰਹੀਆਂ ਨੇ। ਠੰਡ ਵੀ ਹੈ, ਧੁੰਦ ਵੀ ਪੈ ਰਹੀ ਹੈ, ਪਰ ਫਿਰ ਵੀ ਸੰਗਤਾਂ ਜਿਹੜੀਆਂ ਨੇ ਨਵੇਂ ਵਰੇ ਦੀ ਆਮਦ 'ਤੇ ਉੱਥੇ ਦਰਸ਼ਨ ਕਰ ਰਹੀਆਂ ਨੇ, ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਰਹੀਆਂ ਨੇ ਔਰ ਗੁਰੂ ਘਰ ਦੀ ਇਲਾਹੀ ਬਾਣੀ ਸਰਵਣ ਕਰ ਰਹੀਆਂ ਨੇ। ਰੈਲ ਸਾਹਿਬ ਜੀ, ਕਿੰਨਾ ਵਧੀਆ ਨਜ਼ਾਰਾ ਹੁੰਦਾ ਹੈ ਜਦੋਂ ਅੱਖਾਂ ਖੋਲ੍ਹਣ, ਨਵੇਂ ਸਾਲ ਦਾ ਪਹਿਲਾ ਦਿਨ ਹੋਵੇ ਔਰ ਸਾਹਮਣੇ ਸ਼੍ਰੀ ਹਰਿਮੰਦਰ ਸਾਹਿਬ ਵਰਗਾ ਬਹੁਤ ਵੱਡਾ ਇੱਕ ਪਵਿੱਤਰ ਸਥਾਨ ਹੋਵੇ ਔਰ ਉੱਥੇ ਲੱਖਾਂ ਦੁਨੀਆ ਸਵੇਰੇ ਸਵੇਰੇ ਨਤਮਸਤਕ ਹੁੰਦੀ ਵੇ। ਮੇਰੇ ਹਿਸਾਬ ਦੇ ਨਾਲ ਇਸ ਤੋਂ ਵੱਡਾ ਅਲੌਕਿਕ ਨਜ਼ਾਰਾ ਜਿਹੜਾ ਹੈ ਉਹ ਕਦੇ ਦੁਨੀਆ 'ਚ ਹੋ ਨਹੀਂ ਸਕਦਾ। ਔਰ ਕੈਨੇਡਾ ਦੇ ਲੋਕ ਵੀ ਇਸ ਨਜ਼ਾਰੇ ਨੂੰ ਦਰਸ਼ਨ ਕਰ ਰਹੇ ਨੇ। ਸ਼੍ਰੀ ਦਰਬਾਰ ਸਾਹਿਬ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਸਾਡੇ ਟੈਲੀਵਿਜ਼ਨ ਦੇ ਮਾਧਿਅਮ ਦੇ ਰਾਹੀਂ ਦੇਖ ਰਹੇ ਨੇ ਔਰ ਨਾਲ ਗੁਰਬਾਣੀ ਵੀ ਸਰਵਣ ਕਰ ਰਹੇ ਨੇ। ਕਿਉਂ ਲੈਲ ਸਾਹਿਬ? ਗਿੱਲ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਦਰਸ਼ਕਾਂ ਨੂੰ ਜੀ ਜਿਹੜੇ ਸਾਨੂੰ ਟੀਵੀ ਮਾਧਿਅਮ ਰਾਹੀਂ ਦੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਸਾਡੇ ਦੋਨਾਂ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਤੇ ਅਕਾਲ। ਸਾਰੀ ਦੁਨੀਆ 'ਚ ਵਸ ਰਹੇ ਪੰਜਾਬੀਆਂ ਨੂੰ, ਹਿੰਦੁਸਤਾਨੀਆਂ ਨੂੰ, ਸਭਨਾਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ। ਸੋ ਗੱਲ ਨਵੇਂ ਸਾਲ ਦੀ ਚੱਲੀ ਹੈ ਤੇ ਅਸੀਂ ਕੱਲ ਵੀ ਜਦੋਂ 31 ਦਸੰਬਰ ਵਾਲੇ ਦਿਨ ਦਿਨੇ ਜਦੋਂ ਆਪਣਾ ਐਪੀਸੋਡ ਬਣਾਇਆ ਸੀ ਤੇ ਅਸੀਂ ਇਹ ਗੱਲ ਕਹੀ ਸੀ ਵੀ ਇਹ ਨਵਾਂ ਸਾਲ ਸਾਡੇ ਲਈ ਬਹੁਤ ਖੁਸ਼ੀਆਂ ਭਰਿਆ ਲੈ ਕੇ ਆਵੇ। ਤੇ ਕੱਲ ਉਹ 31 ਦਸੰਬਰ ਨੂੰ 2021 ਦੇ ਆਖਰੀ ਦਿਨ ਨੂੰ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਲੋਕਾਂ 'ਚ। ਜੀ ਕੱਲ ਚੰਡੀਗੜ੍ਹ ਦੇ, ਮੋਹਾਲੀ ਦੇ ਤੇ ਹੋਰਨਾਂ ਥਾਵਾਂ ਦੇ ਬਾਜ਼ਾਰਾਂ ਦੇ ਵਿੱਚ ਲੋਕ ਜਿਹੜੇ ਨੇ ਸੱਜ ਧੱਜ ਕੇ ਖੁਸ਼ੀਆਂ ਮਨਾ ਰਹੇ ਸੀ। ਹਰ ਘਰ ਦੇ ਵਿੱਚ ਪਰਿਵਾਰਕ ਤੌਰ ਦੇ ਉੱਤੇ ਵੀ ਖੁਸ਼ੀਆਂ ਜਿਹੜੀਆਂ ਆਉਣ ਵਾਲੇ ਨਵੇਂ ਸਾਲ ਦੀਆਂ, ਜਿਹੜਾ ਕਿ ਅੱਜ ਨਵਾਂ ਸਾਲ ਹੈ ਜੀ ਇਹ ਪਿਛਲੀ ਰਾਤ ਦੀ ਗੱਲ ਕਰ ਰਹੇ ਹਾਂ, 31 ਜਿਹੜੀ ਦਸੰਬਰ ਦੀ ਤੇ ਜਿਹੜੀ ਆਮਦ ਨਵੇਂ ਸਾਲ ਦੀ ਵਿਚਕਾਰ ਦੀ ਜਿਹੜੀ ਰਾਤ ਗੁਜ਼ਰ ਕੇ ਗਈ ਹੈ। ਸੋ ਉਸ ਦਿਨ ਜਾਂ ਕੱਲ ਦੀ ਜਿਹੜੀ ਗੱਲ ਹੈ ਵੀ ਲੋਕਾਂ ਦੇ ਘਰਾਂ ਦੇ ਅੰਦਰ ਵੀ ਬਹੁਤ ਖੁਸ਼ੀਆਂ ਤੇ ਖੇੜੇ ਸੀ। ਬਹੁਤ ਵਧੀਆ ਢੰਗ ਨਾਲ ਲੋਕਾਂ ਨੇ ਨਵੇਂ ਸਾਲ ਦੀ ਆਮਦ ਦੇ ਵਿੱਚ ਜਿੱਥੇ ਹੋਰ ਬਹੁਤ ਕੁਝ ਕੀਤਾ, ਖੁਸ਼ੀਆਂ ਮਨਾਈਆਂ, ਉਹਦੇ ਨਾਲ ਪਟਾਕੇ ਵਜਾ ਕੇ, ਆਤਿਸ਼ਬਾਜ਼ੀ ਚਲਾ ਕੇ ਵੀ ਨਵੇਂ ਸਾਲ ਦੀ ਜਿਹੜੀ ਆਉਣ ਦੀ ਆਮਦ ਨੂੰ ਜਿਹੜਾ ਉਹ ਵੈਲਕਮ ਕੀਤਾ ਉਹਨਾਂ ਦਾ। ਪਰ ਕਈਆਂ ਨੇ ਆਮ ਤੌਰ 'ਤੇ ਉਸ ਦਿਨ ਇਸ ਗੱਲ ਦੀ ਬੜਾ ਮਨੋਂ ਜਿਹੜੀ ਅਰਦਾਸ ਕੀਤੀ ਜਾਂਦੀ ਆ ਵੀ ਇਹ ਸੱਚਾ ਪਾਤਸ਼ਾਹ ਸਾਨੂੰ ਨੇਕ ਕਮਾਈ ਕਰਨ ਦਾ ਬਲ ਬਖਸ਼ੀ ਤੇ ਸਾਨੂੰ ਹੱਕ ਤੇ ਸੱਚ ਦੀ, ਹੱਕ ਤੇ ਹਲਾਲ ਦੀ ਕਮਾਈ ਕਰਨ ਦੀ ਜਿਹੜੀ ਬਲ ਬਖਸ਼ੀ। ਇਹ ਸਾਰਾ ਕੁਝ ਜਿਹੜਾ ਆਪਾਂ ਉਹ ਮੰਗਦੇ ਹਾਂ। ਸੋ ਕੱਲ ਦਰਬਾਰ ਸਾਹਿਬ ਦੇ ਵਿੱਚ ਵੀ ਰਾਤ ਨੂੰ ਵੀ ਤੇ ਅੱਜ ਸਵੇਰੇ ਵੀ ਸਿਰਫ ਲੋਕ ਇਸ ਕਰਕੇ ਮੱਥਾ ਟੇਕਣ ਗਏ ਨੇ, ਰੱਬ ਦਾ ਸ਼ੁਕਰਾਨਾ ਕਰਨ ਗਏ ਨੇ ਵੀ ਪਿਛਲਾ ਸਾਲ ਘਾਟਾਂ ਤੇ ਕਮਜ਼ੋਰੀਆਂ ਨਾਲ ਜਿਵੇਂ ਮਰਜ਼ੀ ਲੰਘਿਆ ਹੋਵੇ, ਪਰ ਆਉਣ ਵਾਲਾ ਸਾਲ ਸਾਡੀ ਸੱਚੀ ਸੁੱਚੀ ਕਮਾਈ ਜਿਹੜੀ ਹੈ ਹੱਕ ਹਲਾਲ ਦੀ ਹੋਵੇ, ਸੁੱਖ ਹੋਵੇ ਤੇ ਤੁਸੀਂ ਪ੍ਰਮਾਤਮਾ ਸਦਾ ਹੀ ਸਾਡੇ 'ਤੇ ਮਿਹਰ ਭਰਿਆ ਹੱਥ ਰੱਖੋ। ਮੈਂ ਇਹ ਕਹਿੰਦਾ ਵੀ ਕਈ ਵਾਰ ਜਿੱਦਾਂ ਅੱਜ ਸੁਖਣਾ ਸੁੱਖ ਰਹੇ ਹਾਂ, ਅੱਜ ਅਸੀਂ ਆਪਣੇ ਆਪ ਨੂੰ ਸੱਚੀ ਕਮਾਈ ਦੀ ਗੱਲ ਕਰਦੇ ਹਾਂ, ਖੁਸ਼ੀਆਂ ਮਨਾ ਰਹੇ ਹਾਂ, ਭਾਈਚਾਰਕ ਸਾਂਝ ਪੈਦਾ ਕਰ ਰਹੇ ਹਾਂ, ਇੱਕ ਦੂਜੇ ਨਾਲ ਬੈਠ ਕੇ ਇੱਕ ਦੂਜੇ ਦੀਆਂ ਖੁਸ਼ੀਆਂ 'ਚ ਹਿੱਸਾ ਬਣੇ ਹੋਏ ਆ, ਸਾਂਝ ਬਣੀ ਹੋਈ ਆ। ਅਸੀਂ ਕਹਿੰਦਾ ਓਏ ਰੱਬਾ, ਜੇ ਤੂੰ ਇਸੇ ਤਰ੍ਹਾਂ 31 ਜਿਹੜਾ ਦਸੰਬਰ ਹੈ ਇਹ ਲਗਾਤਾਰ ਹੀ ਰੱਖਿਆ ਕਰੇ, ਡੇਲੀ 31 ਦਸੰਬਰ ਹੋਵੇ, ਤਾਂ ਕਿ ਲੋਕਾਂ ਦੇ ਅੰਦਰ ਜਿਹੜਾ ਵੈਰ ਵਿਰੋਧ, ਜਾਤ ਪਾਤ, ਇਹ ਧਰਮ ਦੀਆਂ ਲੜਾਈਆਂ, ਇਹ ਲੁੱਟ ਖੋਹ, ਇਹ ਭ੍ਰਿਸ਼ਟਾਚਾਰ ਸ਼ਾਇਦ ਇਹ ਖਤਮ ਹੋ ਜੇ। ਜਿਸ ਤਰ੍ਹਾਂ ਦਾ ਕੱਲ੍ਹ ਦਾ ਜਿਹੜਾ ਨਜ਼ਾਰਾ ਵੇਖਿਆ
ਜਾਂ ਲੋਕੀ ਅਰਦਾਸਾਂ ਕਰਦੇ ਵੇਖੇ ਨੇ। ਜੇ ਇਹੀ ਅਰਦਾਸ ਕਬੂਲ ਹੋ ਜੇ ਤੇ ਸਾਰੇ ਲੋਕ ਜਿਹੜੇ ਹੱਕ ਹਲਾਲ ਦੀ ਕਮਾਈ ਖਰਿਆ ਕਰਨ, ਹੱਕ ਹਲਾਲ ਦੀ ਕਰਨ, ਵੰਡ ਛਕਣ ਤੇ ਪਰਮਾਤਮਾ ਦਾ ਜਿਹੜਾ ਸ਼ੁਕਰਗੁਜ਼ਾਰ ਹੋਣ। ਤੇ ਮੇਰਾ ਖਿਆਲ ਹੈ ਵੀ ਜਿਹੜਾ ਪਿਛਲੇ 2021 ਦੇ ਵਿੱਚ ਜਿੰਨੀਆਂ ਵੀ ਘਟਨਾ ਘਟੀਆਂ ਨੇ ਤੇ ਜਿਹੜੇ ਆਪਾਂ ਟੀਚੇ ਮਿੱਥੇ ਸੀ ਜੀ ਪਿਛਲੇ ਸਾਲ, ਇਹਦਾ ਕੱਲ ਜਿਹੜਾ ਸੀ ਆਪਾਂ ਪੜਚੋਲ ਕਰਨ ਦੀ ਵੀ ਬੜੀ ਜ਼ਰੂਰਤ ਵੱਡੀ ਸੀ। ਉਹਨਾਂ ਆਮ ਆਦਮੀਆਂ ਨੂੰ ਵੀ, ਆਮ ਲੋਕਾਂ ਨੂੰ ਵੀ ਤੇ ਸਮੁੱਚੀਆਂ ਸਰਕਾਰਾਂ ਨੂੰ ਵੀ, ਉਹਨਾਂ ਨੇ ਵੀ ਇੱਕ ਆਪਾਂ ਪੜਚੋਲ ਕਰਨ ਦੀ ਜ਼ਰੂਰਤ ਸੀ ਵੀ ਅਸੀਂ ਇਸ ਸਾਲ ਦੇ ਵਿੱਚ ਕੀ ਗਵਾਇਆ, ਅਸੀਂ ਕੀ ਟੀਚੇ ਨਿਰਧਾਰਿਤ ਕੀਤੇ ਸੀ, ਕਿੰਨੇ ਅਸੀਂ ਪੂਰੇ ਕਰ ਲਏ ਨੇ, ਕਿੰਨੇ ਸਾਡੇ ਬਕਾਏ ਰਹਿ ਗਏ ਨੇ। ਜੇ ਉਹ ਨਹੀਂ ਪੂਰੇ ਹੋਏ ਤਾਂ ਉਹਦੇ ਪਿੱਛੇ ਕੀ ਕਾਰਨ ਸੀ, ਕਿਹੜੀਆਂ ਕਮਜ਼ੋਰੀਆਂ ਘਾਟਾਂ ਸੀ, ਜਾਂ ਜਿਹੜੀਆਂ ਲੜਾਈਆਂ ਝਗੜੇ ਸਾਡੇ ਹੋਏ ਜਾਂ ਵੈਰ ਵਿਰੋਧ ਹੋਏ, ਇੱਕ ਦੂਜੇ ਨੂੰ ਮਾਰਨ ਦੀ, ਜਾਨੋਂ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਜਾਂ ਇੱਥੇ ਅਨੇਕਾਂ ਹੋਰ ਘਟਨਾਵਾਂ ਘਟੀਆਂ, ਉਹਦੇ ਪਿੱਛੇ ਕੀ ਕਾਰਨ ਸੀ ਤੇ ਉਹਦੇ ਤੋਂ ਸਬਕ ਸਿੱਖ ਕੇ ਆਪਾਂ ਨਵੇਂ ਸਾਲ ਦੇ ਅੱਜ ਦੇ ਵਿੱਚ ਇੰਟਰ ਕੀਤੇ ਆ। ਸੋ ਰੱਬ ਕਰੇ ਵੀ ਇਹ ਸਾਰੇ ਜਿਹੜੇ ਦਿਨ ਅਗਲੇ ਆਉਣ ਵਾਲੇ 31 ਦਸੰਬਰ ਵਾਂਗੂ ਹੋਣ, ਤਾਂ ਕਿ ਸਾਡਾ ਜਿਹੜਾ ਭਾਈਚਾਰਕ ਜਿਹੜੀ ਸਾਂਝ ਬਣੀ ਰਵੇ। ਸੋ ਸਾਡੇ ਇਸ ਚੈਨਲ ਵੱਲੋਂ ਸਮੁੱਚੇ ਹਿੰਦੁਸਤਾਨ ਨੂੰ, ਸਮੁੱਚੇ ਦੁਨੀਆ ਭਰ ਦੇ ਵੇਖ ਰਹੇ ਸਾਡੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂ ਜਿੱਥੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਨੇ, ਜਾਂ ਸਾਡੇ ਹਿੰਦੁਸਤਾਨ ਦੇ ਲੋਕ ਰਹਿੰਦੇ ਨੇ, ਜਾਂ ਦੁਨੀਆ ਭਰ ਦੇ ਹੋਰ, ਇਹ ਇਕੱਲਾ ਨਵਾਂ ਸਾਲ ਜਿਹੜਾ ਜਾਂ ਜਿਹਦੀ ਆਮਦ ਦੀ ਖੁਸ਼ੀ ਮਨਾ ਰਹੇ ਹਾਂ, ਇਹ ਦੁਨੀਆ ਪੱਧਰ ਦੇ ਉੱਤੇ ਕੱਲ ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਜੀ। ਇੰਗਲੈਂਡ 'ਚ ਮਨਾਇਆ ਜਾ ਰਿਹਾ, ਆਸਟ੍ਰੇਲੀਆ 'ਚ ਰਾਤ ਬਹੁਤ ਵੱਡੇ ਜਿਹੜੇ ਉਹ ਫੰਕਸ਼ਨ ਹੋਏ। ਸੋ ਅਮਰੀਕਾ ਦੇ ਵਿੱਚ ਵੀ ਕੱਲ ਟੀਵੀ ਦੇ ਰਾਹੀਂ ਤੁਸੀਂ ਵੇਖਿਆ, ਨਿਊਯਾਰਕ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸੈਲੀਬ੍ਰੇਟ ਕੀਤਾ ਗਿਆ। ਸੋ ਸਾਰੀ ਦੁਨੀਆ ਦੇ ਅੰਦਰ ਇਹ ਨਵੇਂ ਸਾਲ ਦੀ ਆਮਦ ਦੀ ਜਿਹੜੀ ਖੁਸ਼ੀਆਂ ਮਨਾਈਆਂ ਜਾਂਦੀਆਂ। ਔਰ ਚੰਗਾ ਹੋਵੇ ਜੇ ਸਾਰੇ ਅਸੀਂ ਇਸੇ ਤਰ੍ਹਾਂ ਹੀ ਭਾਈਚਾਰਕ ਸਾਂਝ ਬਣਾ ਕੇ ਹੱਕ ਹਲਾਲ ਦੀ ਕਮਾਈ ਖਾਈਏ, ਹੱਕ ਹਲਾਲ ਦਾ ਜਿਹੜਾ ਕੰਮ ਕਰੀਏ, ਮਿਹਨਤ ਕਰੀਏ ਤੇ ਵੰਡ ਛਕੀਏ, ਤੇ ਸ਼ਾਇਦ ਸਾਡਾ ਜਿਹੜਾ ਇਹ ਸਮਾਜ ਹੈ, ਇਹ ਸਾਡੇ ਜਿਹੜੀ ਦੁਨੀਆ ਹੈ, ਇਹ ਇੱਕ ਬਹੁਤ ਸਵਰਗ ਬਣ ਸਕਦੀ ਹੈ। ਤੇ ਸਵਰਗ ਤਾਂ ਬਣ ਸਕਦੀ ਹੈ ਜੇ ਅਸੀਂ ਜਿਵੇਂ ਕੱਲ ਖੁਸ਼ੀਆਂ ਤੇ ਖੇੜੇ ਮਨਾਏ ਨੇ, ਜਾਂ ਜਿਹੜੇ ਕੱਲ ਅਸੀਂ ਨੀਚੇ ਜਿਹੜੇ ਅਗਲੇ ਸਾਲ ਵਾਸਤੇ 2022 ਲਈ ਟੀਚੇ ਨਿਰਧਾਰਿਤ ਕੀਤੇ ਨੇ, ਉਹਨਾਂ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ, ਜਿੱਤਿਆ ਜਾ ਸਕਦਾ, ਸਵਰਗ ਬਣਾਇਆ ਜਾ ਸਕਦਾ। ਜੀ ਬਿਲਕੁਲ ਜੀ। ਸੋ ਦਰਬਾਰ ਸਾਹਿਬ ਦੀਆਂ ਅਲੌਕਿਕ ਤਸਵੀਰਾਂ ਜਿਹੜੀਆਂ ਨੇ ਤੁਸੀਂ ਆਨੰਦ ਲੈ ਰਹੇ ਹੋ। ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਲਹਿਲ ਸਾਹਿਬ ਜੀ, ਜਦੋਂ ਆਪਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਨਵੇਂ ਸਾਲ ਦੀ ਆਮਦ ਦੇ ਵਿੱਚ ਪ੍ਰਵੇਸ਼ ਕਰਦੇ ਆ। ਔਰ 2021 ਦੀ ਜੇ ਆਪਾਂ ਗੱਲ ਕਰੀਏ, 2021 ਬੜਾ ਖੱਟਾ ਮਿੱਠਾ ਰਿਹਾ, ਕਈ ਲੋਕਾਂ ਦੇ ਨਾਲ ਬਹੁਤ ਭੈੜਾ ਰਿਹਾ, ਕਿਉਂਕਿ ਪੂਰਾ ਸਾਲ ਤਕਰੀਬਨ ਘਰ 'ਚ ਹੀ ਬੈਠੇ ਰਹੇ ਲੋਕ। 2020 ਵੀ ਲਾਸਟ ਦਿਨਾਂ ਦੇ ਮਹੀਨਿਆਂ ਦੇ ਵਿੱਚ ਵੀ ਲੋਕ ਘਰਾਂ ਦੇ ਵਿੱਚ ਬੈਠੇ ਸੀ ਕਰੋਨਾ ਦੀ ਮਹਾਮਾਰੀ ਕਰਕੇ। ਔਰ 2022 ਦੇ ਵਿੱਚ ਜਾ ਕੇ ਹੁਣ ਜਿਹੜਾ ਹੈਗਾ, ਹੁਣ ਓਮੀਕਰੋਨ ਨੇ ਪੈਰ ਪਸਾਰ ਲਏ। ਪਤਾ ਨਹੀਂ ਹੁਣ ਆਉਣ ਵਾਲੇ ਦਿਨ ਕਿਹੋ ਜਿਹੇ ਆਉਣੇ ਆ, ਕਿਹੋ ਜਿਹੇ ਨਹੀਂ ਆਉਣੇ, ਬਿਮਾਰੀ ਫੈਲੂਗੀ ਜਾਂ ਉੱਥੇ ਕੰਟਰੋਲ ਰਹੇਗਾ। ਲੇਕਿਨ ਆਸਾਂ ਅਤੇ ਦੁਆਵਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ। ਔਰ ਲੋਕ ਮੰਦਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਚਰਚ, ਗਿਰਜਾ ਘਰ ਜਾਂ ਜਿੱਥੇ ਮੁਸਲਿਮ ਦੇਸ਼ ਨੇ, ਉਹ ਆਪਣੇ ਆਪਣੇ ਤਰੀਕੇ ਦੇ ਨਾਲ ਦੁਆਵਾਂ ਜਿਹੜੀਆਂ ਨੇ ਉਹ ਕਰਦੇ ਨੇ ਕਿ ਹਰ ਬੰਦਾ ਨਵੇਂ ਸਾਲ ਦੇ 2022 ਦੇ ਵਿੱਚ ਜਿਹੜਾ ਬੰਦਾ ਪ੍ਰਵੇਸ਼ ਕਰ ਗਿਆ ਉਹ ਸੁੱਖ ਸ਼ਾਂਤੀ ਨਾਲ ਰਹੇ। ਔਰ 2022 ਦੇ ਵਿੱਚ ਜਿਹੜੀਆਂ ਕਿ ਪਿਛਲੇ ਸਾਲ ਦੇ ਵਿੱਚ ਸਾਡੇ 'ਚ ਕਮੀਆਂ ਰਹਿ ਗਈਆਂ ਨੇ, ਉਹ 2022 ਦੇ ਵਿੱਚ ਖਤਮ ਹੋ ਜਾਣ। ਔਰ ਪ੍ਰਮਾਤਮਾ ਇਸੇ ਗੱਲ ਨੂੰ ਲੈ ਕੇ ਹਰ ਸਾਲ ਅੱਗੇ ਦੇ ਅੱਗੇ ਵਧਾਉਂਦਾ। ਪਰ ਰਾਤ ਕੁਝ ਹਾਦਸੇ ਵੀ ਹੋਏ 2022 ਦੇ ਵਿੱਚ। ਸ਼ਰਾਬ ਪੀ ਕੇ ਹੁੱਲੜਬਾਜੀ ਵੀ ਲੋਕਾਂ ਨੇ ਕੀਤੀ ਹੈ। ਉਧਰੋਂ ਸ਼ਿਮਲਾ ਦੇ ਵਿੱਚ ਲੋਕ ਘੁੰਮਣ ਫਿਰਨ ਵਾਸਤੇ ਗਏ ਸੀ, ਉੱਥੇ ਕਿ ਰਿੱਝ ਹੈ ਜਿੱਥੇ ਲੋਕ ਘੁੰਮਣ ਸਪੌਟ ਬਣਿਆ ਹੋਇਆ ਹੈ ਜਿੱਥੇ ਲੋਕ ਘੁੰਮਣ ਆਉਂਦੇ ਨੇ, ਪਰ ਉੱਥੇ ਪੁਲਿਸ ਨੇ ਇੰਨੀ ਸਖਤੀ ਕੀਤੀ ਕਿ ਰਿੱਝ 'ਤੇ ਕਿਸੇ ਨੂੰ ਵੀ ਆਉਣ ਨਹੀਂ ਦਿੱਤਾ। ਕਾਰਨ ਕੀ ਸੀ? ਕਿਉਂਕਿ ਹਿਮਾਚਲ ਦੇ ਵਿੱਚ ਠੰਡ ਬਹੁਤ ਜ਼ਿਆਦਾ ਨੇ ਔਰ ਓਮੀਕਰੋਨ ਫੈਲਣ ਦੇ ਚਾਂਸਸ ਜਿਹੜੇ ਨੇ ਉਹ ਜ਼ਿਆਦਾ ਰਹੇ। ਇਸੇ ਕਰਕੇ ਲੋਕਾਂ ਦੇ ਭੀੜ ਤੇ ਇਕੱਠ ਤੇ ਕੰਟਰੋਲ ਉੱਥੋਂ ਦੀ ਸ਼ਿਮਲਾ ਜਿਹੜੀ ਹਿਮਾਚਲ ਗਵਰਨਮੈਂਟ ਹੈ ਉਹਨੇ ਕੀਤੀ ਔਰ ਲੋਕਾਂ ਨੂੰ ਹੋਟਲਾਂ 'ਚੋਂ ਬਾਹਰ ਨਹੀਂ ਨਿਕਲਣ ਦਿੱਤਾ। ਚੰਡੀਗੜ੍ਹ ਵੀ ਇਸੇ ਤਰ੍ਹਾਂ ਦੀ ਰਿਪੋਰਟ ਹੈ। ਚੰਡੀਗੜ੍ਹ ਵੀ ਕੱਲ ਸ਼ਾਮ ਨੂੰ, ਰਾਤ ਨੂੰ ਜਦੋਂ ਸ਼ੁਰੂ ਹੋਇਆ, ਤੇ ਚੰਡੀਗੜ੍ਹ ਦੇ ਸੈਕਟਰ 17 ਜਿਹੜਾ ਸਾਡਾ ਮੁੱਖ ਕੇਂਦਰ ਹੁੰਦਾ, ਜਿਸ ਵੇਲੇ ਮਤਲਬ ਨਵੇਂ ਸਾਲ ਦੀ ਆਮਦ ਹੁੰਦੀ ਹੈ, ਤੇ ਉੱਥੇ ਗੀਤ ਸੰਗੀਤ ਦੇ ਜਿਹੜੇ ਪ੍ਰੋਗਰਾਮ ਚੱਲਦੇ ਨੇ। ਪਰ ਕੱਲ ਉੱਥੋਂ ਦੀ ਪੁਲਿਸ ਨੇ ਜਾਂ ਸਿਸਟਮ ਨੇ ਇਹ ਓਮੀਕਰੋਨ ਦੀ ਜਿਹੜੀ ਮਤਲਬ ਆਫਤ ਨਵੀਂ ਆਉਣ ਵਾਲੀ ਆ, ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕੱਲ ਉੱਥੇ ਵੀ ਇਕੱਠ ਦੇ ਉੱਤੇ ਜਿਹੜੀ ਆ ਉਹ ਪਾਬੰਦੀ ਲਾ ਰੱਖੀ। ਕੋਈ ਵੀ ਬਹੁਤੇ ਇਹੋ ਜਿਹੇ ਸ਼ੋਅ ਨਹੀਂ ਹੋਣ ਦਿੱਤੇ। ਮੋਹਾਲੀ ਦੇ ਅੰਦਰ ਵੀ 10 ਵਜੇ ਤੋਂ ਬਾਅਦ ਸਾਰੀਆਂ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਇਸ ਕਰਕੇ ਬੰਦ ਕਰਾਤੀਆਂ ਗਈਆਂ। ਰਸ਼ ਨੂੰ ਖਦੇੜ ਦਿੱਤਾ ਗਿਆ ਕਿ ਕੋਈ ਬਹੁਤਾ ਰਸ਼ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਬਿਮਾਰੀ ਨੂੰ ਹੋਰ ਫੈਲਣ ਦਾ ਜਿਹੜਾ ਮੌਕਾ ਮਿਲੇ।
ਸੋ ਇਹ ਇੱਕ ਚੰਗੀ ਗੱਲ ਹੈ, ਕਿਉਂਕਿ 2021 ਦੇ ਵਿੱਚ ਅਸੀਂ ਉਹ ਕਰੋਨਾ ਦੀ ਜਿਹੜੀ ਮਾਰ ਹੰਢਾ ਚੁੱਕੇ ਹਾਂ। ਸੋ ਉਹਦੇ ਤੋਂ ਬਹੁਤ ਵੱਡੇ ਸਬਕ ਜਿਹੜੇ ਆ ਅਸੀਂ ਸਿੱਖੇ ਨੇ। ਸੋ ਉਹਨਾਂ ਸਬਕਾਂ ਨੂੰ ਸਿੱਖ ਕੇ ਜੇ ਹੁਣ ਅੱਗੇ ਅਸੀਂ ਸਾਡੀਆਂ ਸਰਕਾਰਾਂ ਜਾਂ ਅਸੀਂ ਖੁਦ ਆਪ ਇਹਦੇ ਤੋਂ ਮਤਲਬ ਜਿਹੜਾ ਉਹ ਸਬਕ ਸਿੱਖ ਕੇ ਤੇ ਇਹਦੇ ਲਈ ਸੇਫਟੀ ਦੀ ਵਰਤੋਂ ਕਰਦੇ ਹਾਂ, ਜੇ ਅਸੀਂ ਪ੍ਰੋਟੋਕਾਲ ਦੀ ਵਰਤੋਂ ਕਰਦੇ ਹਾਂ ਤੇ ਸ਼ਾਇਦ ਇਹ ਓਮੀਕਰੋਨ ਤੋਂ ਅਸੀਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ। ਸੋ ਇਹਦੇ 'ਚ ਜਿੰਨੀਆਂ ਵੀ ਸਾਡੇ ਪ੍ਰੋਟੋਕਾਲਸ ਹੈਗੇ ਨੇ, ਮਾਸਕ ਲਾਉਣਾ ਜਾਂ ਹੱਥ ਦੀ ਜਿਹੜੀ ਹੈ ਉਹ ਸੈਨੀਟਾਈਜ਼ ਕਰਨਾ ਤੇ ਇਕੱਠ ਨਾ ਕਰਨਾ ਜਾਂ ਇਦਾਂ ਦੇ ਕੋਈ ਇਕੱਠ ਨਾ ਕਰਨਾ, ਕਿਉਂਕਿ ਆਉਣ ਵਾਲੇ ਸਮੇਂ ਸਾਡੇ ਪੰਜਾਬ ਦੇ ਵਿੱਚ ਇੱਕ ਆਮ ਗੱਲ ਹੋ ਗਈ ਹੈ ਵੀ 2022 ਦੀਆਂ ਚੋਣਾਂ ਆ ਗਈਆਂ। ਹੁਣ ਤੇ ਸਰਕਾਰ ਨੇ ਖੈਰ ਕਹਿੰਦੇ ਵੀ ਉਹ ਕੋਈ ਪਾਬੰਦੀਆਂ ਹੀ ਨਹੀਂ ਲਾਉਣੀਆਂ, ਪਰ ਇਹ ਗਲਤ ਗੱਲ ਹੈ। ਚਾਹੇ ਚੋਣਾਂ ਹੋਣ ਚਾਹੇ ਕੁਛ ਹੋਵੇ, ਸਭ ਤੋਂ ਪਹਿਲਾਂ ਮਨੁੱਖੀ ਜੀਵਨ ਨੂੰ ਬਚਾਉਣਾ ਹੈ। ਜੇ ਮਨੁੱਖੀ ਜੀਵਨ ਹੀ ਨਾ ਬਚਿਆ ਤੇ ਚੋਣਾਂ ਦਾ ਕੋਈ ਫਾਇਦਾ ਨਹੀਂ। ਇਹ ਸਾਰੇ ਬਿਲਡਿੰਗਾਂ, ਇਹ ਸਾਰਾ ਜਿਹੜਾ ਸਿਸਟਮ ਹੈ, ਸਾਰਾ ਵਿਕਾਸ ਹੈ, ਇਹ ਬੰਦੇ ਦੀ ਸੁੱਖ ਸਹੂਲਤ ਲਈ ਹੈ। ਤੇ ਜੀਵਨ ਜੇ ਜੀਵਨ ਹੀ ਨਾ ਰਿਹਾ ਤੇ ਇਹਦਾ ਕੀ ਫਾਇਦਾ। ਸੋ ਇਸ ਕਰਕੇ ਆਪਣੇ ਜੀਵਨ ਨੂੰ ਬਚਾਉਣ ਲਈ ਸਾਨੂੰ ਜਿੱਥੇ ਆਪਣੇ ਤੌਰ ਤੇ ਨਿੱਜੀ ਤੌਰ ਤੇ ਇਹਦੀ ਜਿਹੜੀ ਆ ਉਹ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ, ਸੁਰੱਖਿਅਤ ਰੱਖਣਾ ਚਾਹੀਦਾ ਆਪਣੇ ਆਪ ਨੂੰ। ਕੋਸਣ ਤੋਂ ਬਿਨਾਂ ਸਰਕਾਰ ਨੂੰ ਤਾਂ ਆਪਾਂ ਕੋਸ਼ੀ ਜਾਂਦੇ ਹਾਂ, ਕਈ ਵਾਰ ਹੋਰ ਵੀ ਕੋਸਦੇ ਹਾਂ, ਪਰ ਸਭ ਤੋਂ ਪਹਿਲਾਂ ਅਸੀਂ ਆਪ ਜਿਹੜਾ ਇਹਦੇ ਅਮਲ ਕਰੀਏ ਤਾਂ ਹੀ ਅਸੀਂ ਇਸ ਕਰੋਪੀ ਤੋਂ ਜਿਹੜਾ ਉਹ ਕਾਫੀ ਹੱਦ ਤੱਕ ਬਚਿਆ ਜਾ ਸਕਦਾ। ਬਾਕੀ ਜੋ ਮੈਡੀਸਨ ਹੈਗੀ ਆ, ਜੋ ਸਾਡੀਆਂ ਜਿਹੜੀਆਂ ਵੈਕਸੀਨ ਸਾਨੂੰ ਲੱਗ ਰਹੀ ਹੈ, ਕਿਉਂਕਿ ਚੰਡੀਗੜ੍ਹ ਦੇ ਵਿੱਚ 1 ਤਰੀਕ ਤੋਂ ਬਾਅਦ ਅੱਜ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੇ ਜਿਹਦੇ ਬੰਦੇ ਦੇ 2 ਇੰਜੈਕਸ਼ਨ ਨਹੀਂ ਲੱਗੇ ਹੋਏ, 2 ਡੋਜ਼ ਨੇ ਨਹੀਂ ਲਈ, ਉਹਨਾਂ ਨੂੰ ਜਿਹੜੀ ਹੈਗੀ ਆ ਪਬਲਿਕ ਪਲੇਸ ਦੇ ਉੱਤੇ ਜਾਂ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। ਅਗਰ ਕੋਈ ਬੰਦਾ 1 ਡੋਜ਼ ਲੱਗੀ ਆ, ਦੂਜੀ ਡੋਜ਼ ਨਹੀਂ ਲੱਗੀ, ਤੇ ਉਹ ਕਿਸੇ ਵੀ ਪਬਲਿਕ ਪਲੇਸ ਤੇ ਚੰਡੀਗੜ੍ਹ 'ਚ ਨਹੀਂ ਘੁੰਮ ਸਕਦਾ। ਔਰ 15 ਜਨਵਰੀ ਤੋਂ ਬਾਅਦ ਪੰਜਾਬ ਦੇ ਅੰਦਰ ਵੀ ਇਹ ਜਿਹੜਾ ਪ੍ਰੋਟੋਕਾਲ ਹੈ, ਇਹ ਸਰਕਾਰ ਨੇ ਜਿਹੜੀ ਪਾਬੰਦੀ ਲਾ ਦਿੱਤੀ ਗਈ ਹੈ ਵੀ ਹਰ ਬੰਦਾ ਜਿਹੜੀ ਆ 2 ਡੋਜ਼ ਲਵਾ ਕੇ ਤਾਂ ਹੀ ਉਹ ਪਬਲਿਕ ਪਲੇਸ ਤੇ ਜਾ ਸਕਦਾ, ਨਹੀਂ ਤਾਂ ਇਹ ਪ੍ਰਸ਼ਾਸਨ ਜਿਹੜਾ 500 ਰੁਪਈਆ ਪਹਿਲੀ ਵਾਰ 500 ਰੁਪਈਆ ਜਿਹੜਾ ਜੁਰਮਾਨਾ ਕਰੇਗਾ। ਉਹ ਇਸ ਕਰਕੇ ਕਿ ਲੋਕ ਜਿਹੜੇ ਨੇ ਕਈ ਵਾਰ ਇਸ ਡਰ ਖਣੋਂ ਤੇ ਭਾਵੇਂ ਉਹ ਲਵਾ ਲੈਣ। ਕਈ ਬੰਦਿਆਂ ਨੂੰ ਅਸੀਂ ਆਮ ਸੁਣਿਆ ਵੀ ਇਹ ਡੋਜ਼ ਜਿਹੜੀ ਆ ਸਾਨੂੰ ਆਹ ਨੁਕਸਾਨ ਕਰਦੀ, ਅਸੀਂ ਲਵਾਉਣਾ ਨਹੀਂ। ਜੇ ਅੱਜ ਕਰੋਨਾ ਤੋਂ ਬਚਿਆ ਜਾ ਰਿਹਾ, ਜੇ ਬਹੁਤ ਘੱਟ ਅਸਰ ਹੋ ਰਿਹਾ ਹੈ ਕਰੋਨਾ ਦਾ, ਤੇ ਇਸੇ ਕਰਕੇ ਕਿਉਂਕਿ 2 ਡੋਜ਼ ਜਿਹੜੀਆਂ ਨੇ ਇਹ ਜਿਹੜੀਆਂ ਸਾਡੀ ਵੈਕਸੀਨ ਲੱਗੀ ਹੋਈ ਹੈ, ਵੈਕਸੀਨ ਸਾਨੂੰ ਇਸ ਚੀਜ਼ ਤੋਂ ਬਚਾਉਂਦੀ ਹੈ ਜੀ, ਕਾਫੀ ਹੱਦ ਤੱਕ ਸਾਨੂੰ ਬਚਾਉਂਦੀ ਹੈ। ਇਹ ਨਹੀਂ ਹੈ ਵੀ ਸਾਡੇ ਰੋਗ ਨੂੰ ਖਤਮ ਕਰਦੀ ਹੈ, ਇਹ ਬਚਾਉਂਦੀ ਹੈ ਬਹੁਤ, ਮਤਲਬ ਇਹ ਸਾਨੂੰ ਸੇਫਟੀ ਹੈ। ਔਰ ਆਉਣ ਵਾਲੇ ਦਿਨਾਂ 'ਚ ਜਿਹੜੀ ਹੈਗੀ ਆ ਹੋਰ ਇੱਕ ਜਿਹੜੀ ਡੋਜ਼ ਹੈ, ਜਿਹਨੂੰ ਆਪਾਂ ਉਹਦਾ ਨਾਂ ਰੱਖਿਆ ਹੋਇਆ ਇਹਨਾਂ ਨੇ, ਮਤਲਬ ਬੂਸਟਰ ਡੋਜ਼ ਜਿਹੜੀ ਹੈ, ਉਹ ਵੀ ਜਿਹੜੀ ਆ 60 ਸਾਲ ਤੋਂ ਉੱਪਰ ਵਾਲੇ ਬੰਦਿਆਂ ਲਈ 10 ਜਨਵਰੀ ਤੋਂ ਬਾਅਦ ਜਿਹੜੀ ਹੈ ਉਹ ਜਿਹੜੀ ਸਰਕਾਰ ਨੇ ਜਿਹੜੀ ਆ ਭੇਜਣੀ ਸ਼ੁਰੂ ਕਰ ਦੇਣੀ ਹੈ। ਔਰ 5 ਤੋਂ ਲੈ ਕੇ ਜਿਹੜੇ ਅਗਲੇ 18 ਸਾਲ ਤੱਕ ਦੇ ਬੱਚੇ ਨੇ, ਜਾਂ ਜਿਹੜੇ 8 ਸਾਲ ਵਾਲੇ, 5 ਤੋਂ 8 ਕੇ 2 ਤੋਂ 8 ਜਿਹੜੀ ਹੈਗੀ ਆ, ਉਹ ਵੀ ਬੱਚਿਆਂ ਨੂੰ ਜਿਹੜੀ ਇੰਜੈਕਸ਼ਨ ਦੇਣ ਦੀ 1 ਤਰੀਕ ਤੋਂ ਜਿਹੜੀ ਪਾਲਿਸੀ ਸਰਕਾਰ ਨੇ ਸ਼ੁਰੂ ਕੀਤੀ ਹੈ। ਔਰ ਸਾਰੇ ਅਸੀਂ ਸਮੁੱਚੀ ਮਤਲਬ ਸਾਡੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਇਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਜਿਹੜੀਆਂ ਵੀ ਸਰਕਾਰ ਵੱਲੋਂ ਪ੍ਰੀਕਾਸ਼ਨ ਦਿੱਤੀਆਂ ਜਾ ਰਹੀਆਂ ਜਾਂ ਇੰਜੈਕਸ਼ਨ ਜਿਹੜੀ ਵੈਕਸੀਨ ਦਿੱਤੀ ਜਾ ਰਹੀ ਹੈ, ਇਹ ਆਪ ਹਿੰਮਤ ਕਰਕੇ ਆਪਾਂ ਆਪਣੀ ਜਿਹੜੀ ਵੈਕਸੀਨ ਲਵਾਈਏ ਤਾਂ ਕਿ 2022 ਦੇ ਵਿੱਚ ਸਾਨੂੰ ਕੋਈ ਇਹੋ ਜਿਹੀ ਸਮੱਸਿਆ ਨਾ ਆ ਸਕੇ। ਔਰ ਜਿੱਥੇ ਵੀ ਸਥਾਨਕ ਜਿਹੜੀ ਸਾਡੇ ਜਗ੍ਹਾ ਨੇ ਉੱਥੇ ਬਿਨਾਂ ਡੋਜ਼ 2 ਲਵਾਇਆ ਨਾ ਹੀ ਜਾਇਆ ਜਾਵੇ, ਚੰਗੀ ਗੱਲ ਹੈ। ਨਹੀਂ ਤੇ ਤੁਸੀਂ ਕਿਸੇ ਪੁਲਿਸ ਵਾਲੇ ਨਾਲ ਜਾਂ ਕਿਸੇ ਹੈਲਥ ਡਿਪਾਰਟਮੈਂਟ ਵਾਲੇ ਨਾਲ ਐਵੇਂ ਉਲਝਦੇ ਫਿਰੋਗੇ, ਕਿਉਂਕਿ ਸਰਕਾਰ ਨੇ 500 ਰੁਪਈਆ ਜੁਰਮਾਨਾ ਰੱਖਿਆ ਹੋਇਆ। ਤੇ 15 ਜਨਵਰੀ ਤੋਂ ਬਾਅਦ ਸਾਡੇ ਪੰਜਾਬ ਦੇ ਅੰਦਰ ਵੀ, ਮੋਹਾਲੀ ਸ਼ਹਿਰ 'ਚ ਜਾਂ ਸਮੁੱਚੇ ਪੰਜਾਬ 'ਚ ਵੀ ਇਹ ਪ੍ਰੋਟੋਕਾਲ ਲਾਗੂ ਹੋ ਜਾਣਾ। ਇਹ ਜ਼ਰੂਰੀ ਹੈ ਕਿਉਂਕਿ ਆਪਣੀ ਸਿਹਤ ਨਾਲੋਂ ਹੋਰ ਕੁਛ ਨਹੀਂ। ਫਿਰ ਜੋ ਆਪਾਂ ਕੋਈ ਪਛਤਾਵਾਂਗੇ, ਚੰਗੀ ਹੈ ਵੀ ਆਪਾਂ ਅੱਜ ਹੀ ਉਸ ਬਿਮਾਰੀ ਦਾ ਮੁਕਾਬਲਾ ਕਰਨ ਵਾਸਤੇ ਇਕਜੁੱਟ ਹੋ ਜਾਈਏ। ਜੀ ਬਿਲਕੁਲ ਜੀ। ਹੁਣ ਸਾਰੀਆਂ ਨਵੇਂ ਸਾਲ ਦੀਆਂ ਗੱਲਾਂ ਦੀ ਆਮਦ ਤੇ ਅਸੀਂ ਹੁਣ ਪੋਲੀਟੀਕਲ ਵੱਲ ਪ੍ਰਵੇਸ਼ ਕਰ ਰਹੇ ਹਾਂ। ਪੋਲੀਟੀਕਲ ਗੱਲਾਂ ਕੀ ਨੇ, ਪੋਲੀਟੀਕਲ ਅੱਜ ਕੱਲ੍ਹ ਕੀ ਹਾਲਾਤ ਚੱਲ ਰਹੇ ਨੇ, ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਨੇ। ਕੱਲ੍ਹ ਨੇਤਰਹੀਨਾਂ ਨਾਲ ਗੱਲਬਾਤ ਹੋਈ। ਨੇਤਰਹੀਨ ਕਹਿੰਦੇ ਵੀ ਜਿਹੜੀ ਨੇਤਰਹੀਨ ਯੂਨੀਅਨ ਸੀ ਉਹ ਤੇ ਖਰੜ ਚਰਨਜੀਤ ਚੰਨੀ ਦੀ ਜਿਹੜੀ ਕੋਠੀ ਹੈ, ਉਹਦੇ ਕੋਠੀ ਦੇ ਬਿਲਕੁਲ ਨੇੜੇ ਉਹ ਧਰਨਾ ਲਾ ਕੇ ਬੈਠੇ ਨੇ। ਹੈਲਥ ਡਿਪਾਰਟਮੈਂਟ ਵਾਲੇ ਉੱਥੇ ਧਰਨਾ ਲਾ ਕੇ ਬੈਠੇ ਨੇ, ਪੈਰਾਮੈਡੀਕਲ ਸਟਾਫ ਉੱਥੇ ਬੈਠਾ ਹੈ, ਲੇਬਰ ਵਾਲੇ ਉੱਥੇ ਬੈਠੇ ਨੇ, ਆਂਗਨਵਾੜੀ ਵਾਲੇ ਉੱਥੇ ਬੈਠੇ ਨੇ, ਮਤਲਬ ਹਰ ਡਿਪਾਰਟਮੈਂਟ ਜਿਹੜਾ ਹੈਗਾ ਉੱਥੇ ਧਰਨਾ ਲਾ ਕੇ ਬੈਠਾ। ਔਰ ਇਹਨਾਂ ਧਰਨਿਆਂ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਪੰਜਾਬ ਸਰਕਾਰ
ਵਾਅਦੇ ਦਾ ਕਰਦੀ ਹੈ, ਲੇਕਿਨ ਵਾਅਦਾ ਖਿਲਾਫ ਹੀ ਇਹਦੇ ਖਿਲਾਫ ਚੱਲਦੀ ਹੈ। ਜਦੋਂ ਬਲਾਈਂਡ ਨੇਤਰਹੀਣਾਂ ਦੀ ਯੂਨੀਅਨ ਚਰਨਜੀਤ ਚੰਨੀ ਨੂੰ ਬੀਤੇ ਦਿਨੀ ਮਿਲਣ ਵਾਸਤੇ ਗਏ ਸੀ ਉਹਨਾਂ ਦੇ ਘਰ ਰਿਹਾਇਸ਼ ਦੇ ਉੱਤੇ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਬਲਾਈਂਡ ਐਸੋਸੀਏਸ਼ਨ ਵਾਲਿਆਂ ਨੂੰ ਕਿ ਜਿੰਨੇ ਵੀ ਪੰਜਾਬ ਦੇ ਬਲਾਈਂਡ ਹੈ ਮੈਂ ਤਾਂ ਗੋਦ ਲੈ ਲਏ। ਇਹ ਚਰਨਜੀਤ ਸਿੰਘ ਚੰਨੀ ਦੀ ਔਨ ਰਿਕਾਰਡ ਵਰਡਿੰਗ ਹੈ ਵੀ ਗੋਦ ਲੈ ਲਏ, ਤੁਹਾਡੀਆਂ ਮੰਗਾਂ ਹੁਣ ਮੇਰੀਆਂ ਨੇ, ਤੁਹਾਡੀਆਂ ਸਮੱਸਿਆਵਾਂ ਮੇਰੀਆਂ ਨੇ ਔਰ ਤੁਹਾਡੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰ ਦਿੱਤਾ ਜਾਊਗਾ, ਪੂਰਾ ਕਰ ਦਿੱਤਾ ਜਾਊਗਾ। ਪਰ ਮੁੱਖ ਮੰਤਰੀ ਚੰਨੀ ਨੇ ਉਹਨਾਂ ਸਮੱਸਿਆਵਾਂ ਨੂੰ ਨਾ ਹੱਲ ਕੀਤਾ, ਨਾ ਪੂਰਾ ਕੀਤਾ। ਉਹਨਾਂ ਨੇ ਇਹ ਬਲਾਈਂਡ ਜਿਹੜੇ ਨੇ ਵਿਚਾਰੇ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਦਾ ਨਹੀਂ, ਉਹ ਠੰਡ ਦੇ ਵਿੱਚ, ਕੜਕਦੀ ਠੰਡ ਦੇ ਵਿੱਚ ਧੱਕੇ ਖਾਂਦੇ ਫਿਰਦੇ ਨੇ, ਉਹ ਉੱਦਾਂ ਹੀ ਬੈਠੇ ਨੇ। ਹੁਣ ਉਹਨਾਂ ਨੇ ਕੀ ਕੀਤਾ, ਪਰਚੇ ਵੰਡਣੇ ਸ਼ੁਰੂ ਕਰਤੇ ਬੱਸਾਂ ਦੇ ਵਿੱਚ, ਲੋਕਾਂ ਦੇ ਵਿੱਚ ਜਾ ਜਾ ਕੇ। ਉਹ ਬਲਾਈਂਡ ਹੈ, ਦਿਖਦਾ ਪਹਿਲਾਂ ਹੈ ਨਹੀਂ, ਇੱਕ ਦੂਜੇ ਦਾ ਹੱਥ ਫੜ ਕੇ ਵਿਚਾਰੇ ਬੱਸ 'ਚ ਚੜ੍ਹਦੇ ਨੇ, ਫਿਰ ਬੱਸਾਂ ਵਿੱਚੋਂ ਪਰਚੇ ਵੰਡਦੇ ਫਿਰਦੇ ਨੇ। ਇੰਨਾ ਟ੍ਰੈਫਿਕ ਹੈ ਉਸ ਰੋਡ ਦੇ ਉੱਤੇ, ਉਹ ਵਿਚਾਰੇ ਠੇਡੇ ਖਾਂਦੇ ਫਿਰਦੇ ਨੇ, ਸਟਿੱਕਾਂ ਉਹਨਾਂ ਦੇ ਹੱਥ ਵਿੱਚ ਨੇ, ਇੱਕ ਦੂਜੇ ਦੀ ਬਾਂਹ ਫੜ ਕੇ ਲੋਕਾਂ ਦੇ ਕੋਲੇ ਪਰਚੇ ਦੇਣ ਜਾਂਦੇ ਨੇ ਕਿ ਸਾਡੀ ਫਰਿਆਦ ਸੁਣੋ, ਸਾਡੀਆਂ ਕਿਹੜੀਆਂ ਮੰਗਾਂ ਨੇ। ਲੇਕਿਨ ਸਰਕਾਰ ਜਿਹੜੀ ਹੈ ਚੰਨੀ ਸਰਕਾਰ, ਉਹਦੇ ਸਿਰ ਤੇ ਜੂੰ ਨਹੀਂ ਸਰਕ ਰਹੀ। ਕਿਉਂ ਨਹੀਂ ਸਰਕ ਰਹੀ ਮੈਨੂੰ ਨਹੀਂ ਪਤਾ। ਇੱਕ ਟੋਬੇ ਵਿੱਚ ਗਾਂ, ਇੱਕ ਟੋਏ 'ਚ ਗਾਂ ਡਿੱਗਦੀ ਹੈ, ਉਹਨੂੰ ਚਰਨਜੀਤ ਸਿੰਘ ਚੰਨੀ ਬਚਾਉਣ ਵਾਸਤੇ ਪਹੁੰਚ ਜਾਂਦੇ ਨੇ। ਇੱਕ ਗਰੀਬ ਦਾ ਵਿਆਹ ਹੁੰਦਾ ਹੈ, ਉਹਨੂੰ 500 ਰੁਪਇਆ ਸ਼ਗਨ ਦੇਣ ਵਾਸਤੇ ਪਹੁੰਚ ਜਾਂਦੇ ਨੇ। ਇੱਕ ਵੈਸੇ ਕੋਈ ਦਲਿਤ ਦੇ ਘਰੇ ਕੋਈ ਪ੍ਰੋਗਰਾਮ ਹੈ, ਉੱਥੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸ਼ਗਨ ਦੇਣ ਵਾਸਤੇ ਪਹੁੰਚ ਜਾਂਦੇ ਨੇ। ਪਰ ਮੁੱਖ ਮੰਤਰੀ ਨੂੰ ਉਹ ਡਿੱਗੀ ਹੋਈ ਗਾਂ ਵੀ ਦਿਖ ਰਹੀ ਹੈ, ਉਹ ਦਲਿਤ ਦੇ ਘਰ ਨਵਾਂ ਸਾਲ ਮਨਾਉਣਾ ਵੀ ਯਾਦ ਹੈ, ਦਲਿਤ ਦੇ ਘਰੇ ਦੀਵਾਲੀ ਮਨਾਉਣੀ ਵੀ ਯਾਦ ਹੈ। ਲੇਕਿਨ ਜਿਹੜੇ ਲੋਕ ਸੜਕਾਂ ਦੇ ਉੱਤੇ ਰੁਲਦੇ ਫਿਰਦੇ ਨੇ, ਉਹ ਚੰਨੀ ਸਰਕਾਰ ਨੂੰ ਨਹੀਂ ਦਿਖਦੇ। ਨਵਜੋਤ ਸਿੰਘ ਸਿੱਧੂ ਵੱਡੇ ਵੱਡੇ ਭਾਸ਼ਣ ਦੇ ਰਿਹਾ, ਐਂ ਕਰ ਦਿਆਂਗੇ, ਉਹ ਕਰ ਦਿਆਂਗੇ, ਇਹਨੂੰ ਮੁਕਾ ਦਿਆਂਗੇ, ਉਹਨੂੰ ਠੋਕ ਦਿਆਂਗੇ, ਠੋਕੋ ਤਾੜੀ, ਚਟੈਕ ਫਟੈਕ, ਪਤਾ ਨਹੀਂ ਉਹ ਕੀ ਕੀ ਕਰਦਾ ਹੈ, ਤੁਰਿਆ ਫਿਰਦਾ। ਲੇਕਿਨ ਜਦੋਂ ਪੱਤਰਕਾਰ ਉਹਨੂੰ ਸਵਾਲ ਪੁੱਛਦੇ ਨੇ ਕਿ ਤੁਹਾਨੂੰ ਜਿਹੜੇ ਉਹ ਬਲਾਈਂਡ ਬੈਠੇ ਨੇ ਚੁੱਪ, ਜਿਹੜੇ ਉਹ ਫਲਾਣੇ ਸੰਘਰਸ਼ ਕਰ ਰਹੇ ਨੇ, ਸਿੱਧੂ ਸਾਹਿਬ ਚੁੱਪ। ਸਿੱਧੂ ਸਾਹਿਬ ਕੋਲ ਜਵਾਬ ਹੀ ਨਹੀਂ ਦਿੰਦੇ, ਪੱਤਰਕਾਰ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ। ਪੱਤਰਕਾਰ ਸਿੱਧੂ ਸਾਹਿਬ ਘਰੇ ਬੁਲਾਉਂਦੇ ਨੇ, ਕਿਸੇ ਨੂੰ ਖੇਤਾਂ 'ਚ ਬੁਲਾ ਰਿਹਾ, ਕਿਸੇ ਨੂੰ ਸਟੂਡੀਓ ਬੁਲਾ ਰਿਹਾ, ਉਹਨਾਂ ਨੂੰ 1 to 1 ਇੰਟਰਵਿਊ ਦੇ ਰਿਹਾ, ਆਪਣੀਆਂ ਗੱਲਾਂ ਦੱਸ ਰਿਹਾ, ਪਰ ਪੱਤਰਕਾਰਾਂ ਦੀਆਂ ਗੱਲਾਂ ਨਹੀਂ ਸੁਣ ਰਿਹਾ। ਹੁਣ ਤੁਸੀਂ ਸੋਚੋ ਵੀ ਜਦੋਂ ਲੀਡਰ ਨੇ ਲੋਕਾਂ ਦੀ ਗੱਲ ਹੀ ਨਹੀਂ ਸੁਣਨੀ ਲਹਿਲ ਸਾਹਿਬ, ਤਾਂ ਮਸਲੇ ਹੱਲ ਕਿਵੇਂ ਹੋਣਗੇ? ਪਰ ਗਿੱਲ ਸਾਹਿਬ ਫੇਰ ਵੀ ਕਾਂਗਰਸ ਸਰਕਾਰ ਕਹਿੰਦੀ ਅਸੀਂ ਸਰਕਾਰ ਬਣਾਵਾਂਗੇ, ਇਹ ਕਹਿੰਦੀ ਹੈ ਜੋ ਕੁਝ ਤੁਸੀਂ ਇਹ ਦੱਸਿਆ ਹੈ। ਤੇ ਜੇ ਇਹ ਸੁਣ ਕੇ ਵੀ ਫੇਰ ਵੀ ਕਾਂਗਰਸ ਸਰਕਾਰ ਨੂੰ ਇਹ ਹੈ, ਚੰਨੀ ਸਰਕਾਰ ਨੇ ਵੀ ਮੈਂ ਸਰਕਾਰ ਬਣਾਊਂਗਾ, ਮੈਂ ਤਾਂ ਹੈਰਾਨ ਹੈ ਵੀ ਜਿਹੜਾ ਬੰਦੇ ਅੰਨੇ ਵਿਚਾਰੇ, ਜਿਹਨੂੰ ਬਲਾਈਂਡ, ਅੱਖਾਂ ਤੋਂ ਅੰਨੇ ਨੇ, ਨੇਤਰਹੀਨ ਜਿਹਨੂੰ ਕਹਿੰਦੇ ਆ, ਸੋ ਕਹਿਣ ਦਾ ਭਾਵ ਜੇ ਉਹਨਾਂ ਦੇ ਨਹੀਂ ਬਣੇ ਤੇ ਸਜਾਖਿਆਂ ਦੇ ਕਿੱਥੋਂ ਬਣਨਾ ਉਹਨਾਂ ਨੇ। ਚਲੋ ਇੱਕ ਤਾਂ ਰੱਬ ਦੀ ਮਾਰ ਪਹਿਲਾਂ ਹੀ ਉਹਨਾਂ ਨੂੰ ਪਈ ਹੋਈ ਆ, ਤੇ ਦੂਜੀ ਮਾਰ ਅਸੀਂ ਸਰਕਾਰਾਂ ਪਾ ਰਹੀਆਂ ਨੇ। ਘੱਟੋ ਘੱਟ ਜੇ ਬਾਕੀ ਬੰਦਿਆਂ ਦਾ ਤੁਸੀਂ ਮਸਲੇ ਨਹੀਂ ਹੱਲ ਕੀਤੇ, ਘੱਟੋ ਘੱਟ ਉਹਨਾਂ ਬਲਾਈਂਡ ਦੇ, ਉਹਨਾਂ ਨੇਤਰਹੀਨਾਂ ਦੇ ਤੇ ਮਸਲੇ ਹੱਲ ਕਰੋ। ਮੈਂ ਇਹਦੇ ਵਿੱਚ ਸਰਕਾਰ ਨੂੰ ਬਲਾਈਂਡ ਕਹੂੰਗਾ। ਸੋ ਇਸ ਕਰਕੇ ਇਹ ਬਿਲਕੁਲ ਸਰਕਾਰ ਜਿਹੜੀ ਆ ਬਲਾਈਂਡ ਹੀ ਨਹੀਂ, ਇਹ ਤਾਂ ਮਤਲਬ ਕੰਨਾਂ ਤੋਂ ਵੀ ਬੋਲੀ ਆ, ਮੂੰਹ ਦੀ ਖੁੱਲੀ ਆ, ਸਿਰਫ ਮੂੰਹ ਇਹਨਾਂ ਦਾ ਖੁੱਲ੍ਹਾ ਹੈ, ਜੋ ਮਰਜ਼ੀ ਕੁਹਾ ਲਓ, ਜਿੱਥੇ ਮਰਜ਼ੀ ਲੈ ਜਾਓ। ਚਾਹੇ ਚਰਨਜੀਤ ਚੰਨੀ ਹੈ, ਕੱਲ੍ਹ ਚਰਨਜੀਤ ਚੰਨੀ ਸਟੇਜ ਦੇ ਉੱਤੇ ਖੜਾ ਕਹਿੰਦਾ ਮੈਂ, ਮੇਰੀ ਘਰ ਵਾਲੀ ਮੈਨੂੰ ਕਹਿੰਦੀ ਤੂੰ ਕਿਹੜੇ ਪੈ ਗਿਆ, ਅੱਜ ਮੈਂ ਘਰ ਵਾਲੀ ਨੂੰ ਮਨਾ ਕੇ ਮਹਾਂ ਹੀ ਲਿਆਇਆ। ਉਹ ਤਾਂ ਇੱਦਾਂ ਦਾ ਕਰ ਰਿਹਾ ਵੀ ਜਿਵੇਂ ਕੋਈ ਮਤਲਬ ਉਹ ਵਿਆਹ ਦੇ ਫੰਕਸ਼ਨ ਜਿਹੜੇ ਨੇ, ਜਾਂ ਕਹਿੰਦੇ ਹੁੰਦੇ ਵੀ ਕਿਸੇ ਬੰਦੇ ਨੂੰ ਕੋਈ ਚੀਜ਼ ਖਿਡੌਣਾ ਮਿਲ ਗਿਆ ਤੇ ਉਸ ਖਿਡੌਣੇ ਦੀ ਖੁਸ਼ੀ 'ਚ ਹੀ ਖੇਡੀ ਜਾਂਦਾ, ਉਹ ਬਾਲ ਹੀ ਤਾਂ ਮਾਰੀ ਜਾਂਦਾ। ਉਹਨੂੰ ਇਹ ਆ ਵੀ ਕੁਝ ਚੰਦ ਦਿਨ ਜਿਹੜੇ ਮੈਨੂੰ ਮਿਲੇ ਨੇ, ਮੈਂ ਇਹਨਾਂ ਚੰਦਾਂ ਦਿਨਾਂ 'ਚ ਆਪਣੀ ਖੁਸ਼ੀਆਂ ਪੂਰੀਆਂ ਕਰਨਾ। ਖਰੜ ਤੋਂ ਚੰਡੀਗੜ੍ਹ ਦਾ 5 ਮਿੰਟ ਕਾਰ ਦਾ 10 ਮਿੰਟ ਦਾ ਸਫ਼ਰ ਹੈ, ਉਹ ਵੀ ਹੈਲੀਕਾਪਟਰ 'ਤੇ ਜਾਂਦਾ। ਜੇ ਮਰਿੰਡੇ ਜਾਣਾ ਤਾਂ ਹੈਲੀਕਾਪਟਰ 'ਤੇ ਜਾਂਦਾ। ਮਤਲਬ ਉੱਦਾਂ ਇੱਕ ਨਿਆਣੇ ਵਾਲੀ ਗੱਲ ਹੈ ਵੀ ਕਿਸੇ ਨਿਆਣੇ ਨੂੰ ਕੋਈ ਖਿਡੌਣਾ ਦੇ ਦਿੱਤਾ ਹੈ ਅਤੇ ਉਹ ਖਿਡੌਣੇ ਨਾਲ ਖੇਡਣ ਤੋਂ ਹਟਦਾ ਹੀ ਨਹੀਂ। ਸੋ ਇਹ ਕਾਰਨ ਇੱਕ ਸਰਕਾਰਾਂ ਦੇ ਨਹੀਂ, ਸਰਕਾਰਾਂ ਦੀ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ, ਬਹੁਤ ਵੱਡੇ ਟੀਚੇ ਨੇ ਸਰਕਾਰਾਂ ਤੋਂ, ਲੋਕਾਂ ਨੂੰ ਬਹੁਤ ਵੱਡੀ ਆਸ ਹੈ। ਔਰ 5 ਸਾਲ ਜਦੋਂ ਤੁਹਾਨੂੰ ਅਸੀਂ ਚੁਣਦੇ ਹਾਂ ਨਾ, ਤੇ ਅਸੀਂ ਇਹ ਛੱਡ ਕੇ ਚੁਣਦੇ ਹਾਂ ਕਿਸੇ ਆਗੂ ਨੂੰ ਵੀ ਇਹ ਸਾਡੇ ਇਲਾਕੇ ਦੀ ਨੁਮਾਇੰਦਗੀ ਕਰੇਗਾ ਜੀ, ਸਾਡੇ ਵਰਗ ਦੀ ਨੁਮਾਇੰਦਗੀ ਕਰੇਗਾ, ਸਾਡੇ ਸਮਾਜ ਨੂੰ ਕੁਝ ਲੈ ਕੇ ਦੇਵੇਗਾ, ਵੱਖ-ਵੱਖ ਸਮਾਜ ਦਾ ਜੁੜਿਆ ਹੋਇਆ ਸਾਡੀ ਇਕਾਈਆਂ ਜਿਹੜੀਆਂ ਨੇ, ਸਾਡੇ ਜਿਹੜੇ ਇਕੱਠ ਨੇ, ਇਹਨਾਂ ਦਾ ਕੁਝ ਸਵਾਰੇਗਾ। ਪਰ ਇਹਨਾਂ ਨੇ ਕੁਝ ਸਵਾਰਨ ਦਾ ਤੇ ਗੱਲ ਹੀ ਨਹੀਂ ਕੀਤੀ। ਚਾਹੇ ਕੋਈ ਪਾਰਟੀ ਜਦੋਂ ਵੀ ਕੋਈ ਚੋਣਾਂ ਦੇ ਖੇਤਰ 'ਚ ਕੁੱਦ ਰਹੀ ਹੈ ਤੇ ਉਹਦੇ ਕੋਈ ਪ੍ਰੋਗਰਾਮ ਹੀ ਕੋਈ ਨਹੀਂ ਹੈ, ਤੇ ਫਿਰ ਵੀ ਕਹਿੰਦੇ ਅਸੀਂ ਸਰਕਾਰ ਬਣਾਵਾਂਗੇ।
ਬੜੀ ਮਲੂਚ ਦੀ ਗੱਲ ਹੈ। ਹੁਣ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਜਿੰਨੀਆਂ ਵੀ ਵੀਡੀਓਜ਼ ਆਈਆਂ, ਜੋ ਕੁਝ ਵੀ ਬਣਾ ਰਿਹਾ, ਜਿੱਥੇ ਕਿੱਥੇ ਵੀ ਜਾ ਰਿਹਾ, ਔਰ ਉਹਦੇ ਅੰਦਰ ਇੱਕ ਹੋਮਿਓ ਜਿਹੜੀ ਹੈ ਨਾ ਬਹੁਤ ਵੱਡੀ ਜਿਹੜੀ ਉਹਦੇ ਅੰਦਰ ਕੁਸ ਚੁੱਕੀ ਆ। ਮੈਂ ਸਿੱਧੂ, ਮੈਂ ਨਵਜੋਤ ਸਿੱਧੂ, ਇਹ ਜਿੱਦਾਂ ਤੱਕ ਮੈਂ ਨਹੀਂ ਨਾ ਨਿਕਲਦੀ ਤਦ ਤੱਕ ਤੁਸੀਂ ਤੇ ਆ ਹੀ ਨਹੀਂ ਸਕਦੇ। ਬਿਲਕੁਲ। ਮੈਂ ਔਰ ਤੁਸੀਂ 'ਚ ਬਹੁਤ ਵੱਡਾ ਫਰਕ ਹੈ। ਰੱਬ ਇਸੇ ਕਰਕੇ ਹੀ ਲੋਕਾਂ ਨੂੰ ਨਹੀਂ ਮਿਲਿਆ ਕਿ ਅਸੀਂ ਮੈਂ 'ਚ ਫਸੇ ਹੋਏ ਹਾਂ, ਨਹੀਂ ਤਾਂ ਰੱਬ ਤੁਹਾਡੇ ਆਪਣੇ 'ਚ ਹੀ ਹੈ, ਤੁਹਾਡੇ ਅੰਦਰ ਹੀ ਹੈ। ਜੇ ਤੁਸੀਂ ਕਹੋਗੇ, ਤੁਹਾਡਾ ਕਹੋਗੇ, ਤੇ ਸਾਡਾ ਰੱਬ ਬੋਲ ਰਿਹਾ। ਜੇ ਤੂੰ ਕਹੇਗਾ ਤੇ ਤੂੰ ਕਿਹਾ ਤੇ ਗੱਲ ਬਣਨੀ ਨਹੀਂ। ਸੋ ਤੂੰ ਕਹਿ ਕੇ ਵੀ ਮੈਂ ਹੀ ਹਾਂ ਸਭ ਕੁਝ, ਮੈਂ ਹੀ ਹਾਂ ਸਭ ਕੁਝ, ਉਹਦੇ ਤੇ ਪਾਰਟੀ ਦੇ ਕੋਈ ਵੀ ਅਸਰ ਨਹੀਂ ਹੈ, ਕਿਸੇ ਵੀ ਪ੍ਰੋਟੋਕਾਲ ਦਾ, ਕਿਸੇ ਵੀ ਜ਼ਾਬਤੇ ਦਾ, ਜਾਂ ਕਿਤੇ ਕੁਛ ਪਤਾ ਨਹੀਂ ਕਿੱਥੇ ਕੀ ਬੋਲ ਦੇਣਾ। ਔਰ ਅੱਜ ਦੀਆਂ ਜਿਹੜੀਆਂ ਰਿਪੋਰਟਸ ਨੇ, ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਚੀਫ ਮਿਨਿਸਟਰ ਹੈ, ਜਾਂ ਜਿਹੜੇ ਸਾਡੇ ਖਾਣ ਪੀਣ ਦੇ ਮਹਿਕਮੇ ਦੇ ਸਿਵਲ ਸਪਲਾਈ ਦੇ ਮੰਤਰੀ ਆਸ਼ੂ ਜੀ ਨੇ, ਇਹ ਸਭ ਬੰਦੇ ਅੱਜ ਖਿਲਾਫ ਹੋ ਗਏ ਨੇ। ਇਸ ਕਰਕੇ ਖਿਲਾਫੀ ਕਰ ਰਹੇ ਨੇ ਵੀ ਉਹ ਤਾਂ ਸਾਡੇ ਜਿਹੜਾ ਮਤਲਬ ਹਾਈ ਕਮਾਂਡ ਦੇ ਫੈਸਲੇ ਆ, ਉਹ ਤੋਂ ਵੀ ਬਾਹਰ ਜਾ ਕੇ ਹਰ ਕੁਝ ਉਹੀ ਕੁਝ ਕਰ ਰਿਹਾ ਜਿਹਦੇ ਨਾਲ ਕੋਈ ਕਾਂਗਰਸ ਦਾ ਲੈਣ ਦੇਣ ਨਹੀਂ। ਨਵਜੋਤ ਦੂਜਾ ਰਵਨੀਤ ਬਿੱਟੂ ਇਹ ਪ੍ਰਚਾਰ ਕਰ ਰਿਹਾ ਹੈ, ਵਿਚਾਰਾ ਠੋਕ ਕੇ ਵਿਚਾਰਾ ਰੋ ਕੇ ਗੱਲਾਂ ਕਰ ਰਿਹਾ ਵੀ ਅਸੀਂ ਕਿਸ ਥਾਂ ਤੇ ਫਸ ਗਏ ਹਾਂ। ਹੁਣ ਸਰਕਾਰ ਆਪਣੀ ਕਾਂਗਰਸੀ ਸਰਕਾਰ ਹੈ, ਕਾਂਗਰਸ ਦੇ ਮੰਤਰੀ ਨੇ, ਰਾਜ ਸਭਾ ਮੈਂਬਰ ਨੇ, ਕੋਈ ਮਤਲਬ ਜਿਹੜਾ ਉਹ ਲੋਕ ਸਭਾ ਦਾ ਮੈਂਬਰ ਹੈ। ਹੁਣ ਕਾਂਗਰਸ ਨੂੰ ਗਲਤ ਕਿਵੇਂ ਕਹਿਣਾ? ਇਸ ਕਰਕੇ ਨਹੀਂ ਕਹਿੰਦੇ ਵੀ ਉਹ ਕਾਂਗਰਸ ਦਾ ਹਿੱਸਾ ਨਹੀਂ, ਪਰ ਜਿਸ ਢੰਗ ਨਾਲ ਨਵਜੋਤ ਸਿੰਘ ਸਿੱਧੂ ਨੇ ਆਪਣਾ ਇਮੇਜ ਬਣਾ ਲਿਆ, ਉਹ ਇੱਕ ਗਲਤ ਕਿਸਮ ਦਾ ਹੈ। ਇੱਦਾਂ ਸਰਕਾਰਾਂ ਕਦੇ ਨਹੀਂ ਚੱਲਦੀਆਂ। ਠੋਕ ਦਿਓ, ਤਾੜੀ ਲਾਓ, ਮੈਂ ਆਹ ਕਰ ਦੂੰ, ਮਜੀਠੀਏ ਨੂੰ ਠੋਕ ਦੂੰ, ਇਹ ਕੰਮ ਜਿਹੜੇ ਸਾਰੇ ਨੇ ਕੋਰਟਾਂ ਕਚਹਿਰੀਆਂ ਦੇ, ਉਹਨਾਂ ਦੇ ਉੱਤੇ ਛੱਡਿਆ ਹੋਇਆ। ਜੋ ਉਹ ਕੋਰਟ ਨੇ ਵੇਖਣਾ, ਮਜੀਠੀਆ ਗਲਤ ਹੋਊ ਉਹਨੂੰ ਸਜ਼ਾ ਮਿਲ ਜੇਗੀ, ਅਗਰ ਉਹ ਸਹੀ ਹੋਇਆ ਤਾਂ ਬਾਹਰ ਆ ਜਾਏਗਾ। ਇੰਨਾ ਕੁਛ ਹੈ। ਤੇ ਜੇ ਤੁਸੀਂ ਹੁਣ ਉਸ ਬੰਦੇ ਦੇ ਖਿਲਾਫ ਕਰਤਾ, ਪਰਚਾ ਦਰਜ ਹੋ ਗਿਆ, ਤੁਹਾਡੇ ਆਪਣੇ ਹੀ ਬੰਦੇ ਜਿਹੜੇ ਆਪਣੀ ਸਰਕਾਰ ਦੇ ਬੰਦੇ ਕਹਿੰਦੇ ਨੇ ਵੀ ਇਹ ਪਰਚਾ ਜਿਹੜਾ ਹੈ ਇਹ ਮਤਲਬ ਉਹ ਨਿੱਜੀ ਕਿੜ ਕੱਢਣ ਲਈ ਕੀਤਾ। ਮੈਂ ਕਹਿੰਦਾ ਨਾ ਮੰਨਿਆ ਜਾਵੇ, ਨਿੱਜੀ ਕਿੜ ਹੈ ਨਹੀਂ। ਇੱਕ ਸਿਧਾਂਤਕ ਗੱਲ ਆ ਵੀ ਕਿਸੇ ਬੰਦੇ ਨੇ ਉਹਦਾ ਨਾਂ ਲਿਆ, ਇਨਵੋਲਵ ਹੈ, ਇਨਵੋਲਵ ਹੋ ਕੇ ਪਰਚਾ ਦਰਜ ਹੋ ਗਿਆ, ਇਨਵੈਸਟੀਗੇਸ਼ਨ ਹੋ ਗਈ, ਆਈਓ ਨੇ ਜਾਂ ਇਨਵੈਸਟੀਗੇਸ਼ਨ ਟੀਮ ਨੇ ਪੂਰੀ ਰਿਪੋਰਟ ਜਿਹੜੀ ਹਾਈ ਕੋਰਟ 'ਚ ਪੇਸ਼ ਕਰਤੀ, ਜਾਂ ਥੱਲੇ ਡਿਸਟ੍ਰਿਕਟ ਜਿਹੜੀ ਹੈਗੀ ਆ ਕੋਰਟ 'ਚ ਪੇਸ਼ ਕਰਤੀ। ਹੁਣ ਕੋਰਟ ਨੇ ਵੇਖਣਾ ਗਲਤ ਕੀ ਹੈ ਤੇ ਠੀਕ ਕੀ ਹੈ। ਹੁਣ ਇਸ ਗੱਲ ਨੂੰ ਹੀ ਆਪਾਂ ਸਟੇਜਾਂ ਤੇ ਪ੍ਰਚਾਰ ਦੇ ਵੀ ਮੈਂ ਠੋਕਤਾ, ਮੈਂ ਆਹ ਕਰਤਾ, ਇਹਦੇ ਨਾਲ ਸਾਡੇ ਸਮਾਜ ਨੂੰ ਕੋਈ ਫਾਇਦਾ ਨਹੀਂ ਹੈ। ਇਸ ਗੱਲ ਨਾਲ ਸਾਡੇ ਸਕੂਲ ਅਪਗ੍ਰੇਡ ਨਹੀਂ ਹੋ ਜਾਣੇ, ਇਸ ਗੱਲ ਨਾਲ ਸਾਡੇ ਜਿਹੜੇ ਬੇਰੁਜ਼ਗਾਰੀ ਖਤਮ ਨਹੀਂ ਹੋ ਜਾਣੀ। ਬੇਰੁਜ਼ਗਾਰੀ ਖਤਮ ਤਾਂ ਹੋਣੀ ਹੈ ਜੇ ਇੰਡਸਟਰੀ ਆਊ। ਸਿੱਧੂ ਨੇ ਕਦੀ ਵੀ ਆਪਣੇ ਬਿਆਨ 'ਚ ਨਹੀਂ ਕਿਹਾ ਵੀ ਮੇਰੀ ਫਲਾਣੇ ਬਹੁ ਰਾਸ਼ਟਰੀ ਕੰਪਨੀ ਨਾਲ ਜਾਂ ਆਮ ਜਿਹੜੀ ਛੋਟੀ ਇੰਡਸਟਰੀ ਆ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਹੋਈ ਆ, ਤੇ ਉਹ ਨੁਮਾਇੰਦੇ ਮੰਨ ਗਏ ਨੇ ਵੀ ਅਸੀਂ ਇੰਡਸਟਰੀ ਜਿਹੜੀ ਪੰਜਾਬ 'ਚ ਫਿਰ ਵਾਪਸ ਲੈ ਆਵਾਂਗੇ। ਜਿਹੜੇ ਬਾਹਰ ਇੰਡਸਟਰੀ ਸਾਡੀ 2700 ਜਿਹੜੇ ਯੂਨਿਟ ਬਾਹਰ ਚਲੇ ਗਏ ਨੇ, ਉਹਨਾਂ ਯੂਨਿਟਾਂ ਨੂੰ ਵਾਪਸ ਲੈ ਕੇ ਆਵਾਂਗੇ। ਜਿਹੜੇ ਤੇ ਇੰਡੀਆ 'ਚ ਰਹਿ ਗਏ ਉਹਨਾਂ ਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ। ਜਿਹੜੇ ਚਲੇ ਗਏ ਨੇ ਹਾਂਗਕਾਂਗ ਚਲੇ ਗਏ ਨੇ, ਸਿੰਗਾਪੁਰ ਸ਼ਿਫਟ ਹੋ ਗਏ ਨੇ, ਉਹਨਾਂ ਨੂੰ ਤੁਸੀਂ ਕਿਵੇਂ ਲੈ ਕੇ ਆਓਗੇ? ਇਹਨਾਂ ਨੇ ਕਦੀ ਨਹੀਂ ਕਿਹਾ ਵੀ ਫਲਾਣੇ ਪਿੰਡਾਂ ਦੀਆਂ ਸੜਕਾਂ ਇੰਨੀਆਂ ਮਾੜੀਆਂ ਨੇ, ਉਹਨਾਂ ਸੜਕਾਂ ਦਾ ਜਿਹੜਾ ਕੁਝ ਨਾ ਕੁਝ ਸੁਧਾਰ ਕੀਤਾ ਜਾਊ। ਕਦੇ ਇਹਨਾਂ ਦੇ ਏਜੰਡੇ 'ਚ ਨਹੀਂ ਆਇਆ। ਪੰਜਾਬ ਦੀ ਜਵਾਨੀ ਰੁਲ ਰਹੀ ਹੈ, ਉਹਨੂੰ ਲੋਨ ਦੇ ਕੇ ਬਾਹਰ ਭੇਜਣ ਨੂੰ ਤੇ ਤਿਆਰ ਹੈ, ਪਰ ਆਪਣੀ ਉਹ ਜਵਾਨੀ ਜਿਨ੍ਹਾਂ ਨੇ ਦੁਨੀਆ ਪੱਧਰ 'ਤੇ ਗੱਲ ਹੋਰ ਮੈਂ ਗਿੱਲ ਸਾਹਿਬ ਦੱਸਦੇ ਹਾਂ, ਦੁਨੀਆ ਪੱਧਰ ਦੇ ਉੱਤੇ ਜਿਹੜੀ ਐਜੂਕੇਸ਼ਨ ਹੈ, ਭਾਰਤ ਵਰਗੀ ਐਜੂਕੇਸ਼ਨ ਕਿਤੇ ਨਹੀਂ ਜੀ। ਆਪਾਂ ਬਾਹਰ ਜਾ ਹੀ ਆਏ ਹਾਂ ਜੀ, ਜਾਂ ਬਾਹਰ ਦੀਆਂ ਯੂਨੀਵਰਸਿਟੀਆਂ ਸਿਰਫ ਸਾਡੇ ਜਿਹੜੇ ਨੌਜਵਾਨ ਨੇ ਬਾਹਰ ਦੀਆਂ ਯੂਨੀਵਰਸਿਟੀਆਂ ਜਿਹੜੇ ਪੜ੍ਹਨ ਜਾ ਰਹੇ ਨੇ, ਉਹ ਕੋਈ ਪੜ੍ਹਾਈ ਇੱਦਾਂ ਦੀ ਨਹੀਂ ਹੈ ਵੀ ਪੜ੍ਹਾਈ ਪੜ੍ਹਨ ਜਾ ਰਹੇ ਨੇ। ਉਹ ਤੇ ਆਪਣੇ ਪਰਿਵਾਰ ਦਾ ਥੋੜ੍ਹਾ ਜਿਹਾ ਮਨੋਬਲ ਉੱਚਾ ਚੁੱਕਣ ਲਈ, ਆਰਥਿਕ ਤੌਰ 'ਤੇ ਕਮਜ਼ੋਰ ਨੇ ਵਿਚਾਰੇ, ਉਹ ਆਪਣੀ ਆਰਥਿਕਤਾ ਨੂੰ ਬਚਾਉਣ ਵਾਸਤੇ ਬਾਹਰ ਜਿਹੜੀਆਂ ਨੌਕਰੀਆਂ ਕਰਨ ਜਾ ਰਹੇ ਨੇ ਜੀ। ਬਾਹਰ ਇਸ ਕਰਕੇ ਜਾ ਰਹੇ ਨੇ, ਕੋਈ ਵੈਲ ਐਜੂਕੇਟਡ ਹੋਣ ਨਹੀਂ ਜਾ ਰਿਹਾ, ਉਹ ਇਸ ਕਰਕੇ ਜਾ ਰਿਹਾ ਵੀ ਉੱਥੇ ਪੜ੍ਹਾਂਗੇ, ਪੜ੍ਹ ਕੇ ਕੰਮ ਵੀ ਕਰਾਂਗੇ, ਕੰਮ ਕਰਕੇ ਆਪਣੇ ਪਿਛਲੇ ਆਪਣੇ ਮਾਂ-ਬਾਪ ਦਾ ਜਿਹੜਾ ਹੱਥ ਵਟਾਵਾਂਗੇ, ਸਾਡੀ ਹਾਲਤ ਸੁਧਰ ਜਾਏਗੀ, ਸਾਡੀ ਇੱਥੇ ਨਹੀਂ ਸੁਧਰਨੀ। ਸੋ ਸਾਡੀ ਜਿਹੜੀ ਪੜ੍ਹਾਈ ਹੈ, ਹਿੰਦੁਸਤਾਨ ਵਰਗੀ ਪੜ੍ਹਾਈ ਕਿਸੇ ਵੀ ਦੁਨੀਆ ਦੀ ਯੂਨੀਵਰਸਿਟੀ 'ਚ ਅੱਜ ਤੱਕ ਨਹੀਂ ਹੈ। ਮੈਂ ਕਈ ਯੂਨੀਵਰਸਿਟੀਆਂ 'ਚ ਆਸਟ੍ਰੇਲੀਆ ਜਾ ਕੇ ਆਇਆ, ਔਰ ਉੱਥੇ ਇੱਕੋ ਹੀ ਗੱਲ ਸੀ, ਉੱਥੇ ਦੀ ਪੜ੍ਹਾਈ ਹੈ ਹੀ ਨਹੀਂ।
ਕਿਉਂਕਿ ਉੱਥੋਂ ਦੇ ਲੋਕਾਂ ਦਾ ਕੀ ਹੈ, ਉਹਨਾਂ ਦੀ ਸਮੱਸਿਆ ਹੈ, ਸਮੱਸਿਆ ਨਹੀਂ ਖੁਸ਼ੀ ਵਾਲੀ ਗੱਲ ਕਹਿ ਸਕਦੇ ਹਾਂ, ਉਹਨਾਂ ਦੇ ਲੋਕਾਂ ਦੇ ਬੱਚੇ ਨੇ ਉਹ ਜਦੋਂ 14 ਕੁ ਸਾਲ ਦੇ ਹੋ ਜਾਂਦੇ ਨੇ ਨਾ, 14 ਸਾਲ ਤੋਂ ਬਾਅਦ ਉਹ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ, ਉਹ ਹੱਥੀਂ ਕੰਮ ਕਰਨ ਦੀ ਗੱਲ ਕਰਦੇ ਆ ਜੀ, ਉਹ ਪਲੰਬਰਿੰਗ ਕਰਦੇ ਆ, ਉਹ ਮਕੈਨੀਕਲ ਕੰਮ ਸਿੱਖਦੇ ਨੇ, ਉਹ ਟੈਕਨੀਕਲ ਕੰਮ ਸਿੱਖਦੇ ਨੇ, ਔਰ ਉਹ ਆਪਣੇ ਪੈਰਾਂ ਤੇ ਆਪ ਛੋਟੇ ਛੋਟੇ ਯੂਨਿਟ ਲਾ ਕੇ ਆਪ ਆਪਣੀ ਜਿਹੜੀ ਆ ਅਗਵਾਈ ਕਰਦੇ ਨੇ। ਜੀ ਜੀ। ਸੋ ਸਾਡੇ ਇੱਥੋਂ ਜਿੰਨੀ ਐਜੂਕੇਸ਼ਨ ਸਾਡੇ ਪੰਜਾਬ ਦੀ ਹੈ, ਇਹ ਪੰਜਾਬ ਦਾ ਵਿਕਾਸ ਹੋਣਾ ਸੀ ਜੇਕਰ ਸਾਡੀ ਜਿਹੜੀ ਜਵਾਨੀ ਆ ਬਾਹਰ ਨਾ ਜਾਵੇ ਜੀ। ਪਰ ਉਹਨੂੰ ਰੋਕਣ ਦੀ ਬਜਾਏ ਉਹਨਾਂ ਨੂੰ ਲੋਨ ਦੇ ਕੇ ਬਾਹਰ ਭੇਜਦੇ, ਲੋਨ ਤਾਂ ਵਾਪਸ ਆਜੂ, ਕਰਜ਼ਾ ਤੇ ਉਹ ਵਾਪਸ ਕਰ ਦੇਣਗੇ, ਪਰ ਹਿੰਦੁਸਤਾਨ ਦੇ ਕਰਪਟ ਤੇ ਮਾੜੇ ਪ੍ਰਬੰਧ ਕਰਕੇ ਕਦੇ ਵਾਪਸ ਨਹੀਂ ਆਉਣਗੇ ਉਹ। ਅਜੇ ਤੱਕ ਜਿੰਨੇ ਵੀ ਗਏ ਨੇ, ਵੱਖਰੀ ਗੱਲ ਹੈ ਕਿ ਦੋਸ਼ਾਂ ਦੇ ਤਹਿਤ ਕੋਈ ਨਾ ਕੋਈ ਕਾਰਨ ਕਰਕੇ ਤੇ ਬੰਦਾ ਵਾਪਸ ਆ ਗਿਆ ਹੋਵੇ, ਡਿਵੋਰਟ ਹੋ ਕੇ ਆ ਗਿਆ ਹੋਵੇ, ਪਰ ਖੁਸ਼ੀ ਖੁਸ਼ਹਾਲੀ ਕੋਈ ਬੰਦਾ ਅੱਜ ਤੱਕ ਨਾ ਕੈਨੇਡਾ ਤੋਂ, ਨਾ ਆਸਟ੍ਰੇਲੀਆ ਤੋਂ, ਨਾ ਕਿਤੇ ਇੰਗਲੈਂਡ ਤੋਂ, ਨਾ ਹੀ ਕਿਤੇ ਆਪਣੇ ਉਹ ਦੂਜੇ ਅਮਰੀਕਾ ਤੋਂ ਕੋਈ ਵਾਪਸ ਨਹੀਂ ਆਇਆ। ਬਿਲਕੁਲ। ਸੋ ਇਹ ਸਾਡੀ ਜਿਹੜੀ ਇੰਨੀ ਐਜੂਕੇਟਡ ਬੰਦੇ, ਸਾਡੀ ਜਿਹੜੀ ਕਰੀਮ ਹੈ, ਜਿੱਤੇ ਸਾਡੇ ਦੇਸ਼ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਸੀ, ਅਸੀਂ ਉਹਨਾਂ ਨੂੰ ਬਾਹਰ ਤੋੜ ਰਹੇ ਹਾਂ। ਸੋ ਨਿੱਧੂ ਸੁਦਾ ਵੀ ਇਹਨੂੰ ਰੋਕਣ ਦੀ ਕੋਸ਼ਿਸ਼ ਕਰੋ, ਵਿਕਾਸ ਦੀ ਗੱਲ ਕਰੋ, ਲੜਾਈ ਝਗੜੇ ਦੀ ਗੱਲ ਨਾ ਕਰੋ। ਅੱਜ ਤੁਹਾਡੇ ਆਪਣੇ ਬੰਦੇ ਤੁਹਾਡੇ ਤੇ ਦੋਸ਼ ਲਾ ਰਹੇ ਨੇ ਵੀ ਇਹ ਭਾਸ਼ਾ ਇਦਾਂ ਦੀ ਵਰਤ ਰਿਹਾ, ਇਹ ਮਸਲੇ ਇਦਾਂ ਦੇ ਉਲਝਾ ਰਿਹਾ ਵੀ ਕਾਂਗਰਸ ਦੇ ਵਿੱਚ ਸਭ ਕੁਝ ਸਹੀ ਨਹੀਂ ਹੈ। ਕੁਛ ਨੇ ਤੇ ਇਹ ਵੀ ਟਾਰਗੇਟ ਕੀਤਾ ਵੀ ਨਵਜੋਤ ਸਿੰਘ ਸਿੱਧੂ ਇਦਾਂ ਦਾ ਮਾਹੌਲ ਕ੍ਰੀਏਟ ਕਰਨਾ ਚਾਹੁੰਦਾ ਕਿ ਮੈਂ ਸੀਐਮ ਬਣ ਜਾਵਾਂ, ਸੀਐਮ ਬਣ ਜਾਵਾਂ। ਆਪਣਿਆਂ ਤੋਂ ਹੀ ਉਹਨੂੰ ਗਿੱਲ ਸਾਹਿਬ ਖਤਰਾ ਹੈ, ਉਹਦਾ ਕਲੀਅਰ ਹੀ ਹੈ ਨਾ, ਆਪਣਿਆਂ ਤੋਂ ਖਤਰਾ ਹੈ, ਆਪਣਿਆਂ ਤੋਂ ਖਤਰਾ ਹੈ। ਜੇ ਖਤਰਾ ਤੇ ਪਾਰਟੀ ਨੂੰ ਬੇਸ ਬਣਾ ਕੇ ਔਰ ਉਸ ਪਾਰਟੀ ਦੇ ਖਿਲਾਫ ਹੀ, ਮੈਂ ਅੱਗੇ ਪਰਸੋਂ ਵੀ ਗੱਲ ਕਹੀ ਸੀ ਵੀ ਅਗਰ ਕਾਂਗਰਸ, ਅਕਾਲੀ ਦਲ ਵਾਲੇ, ਆਪ ਵਾਲੇ ਜਾਂ ਹੋਰ ਜਿਹੜੀਆਂ ਸਾਡੀਆਂ ਰਾਜਸੀ ਪਾਰਟੀਆਂ ਨੇ, ਉਹ ਕਾਂਗਰਸ ਸਰਕਾਰ ਦੇ 5 ਸਾਲ ਦੇ ਇਸ ਸਾਰੇ ਘਟਨਾਕ੍ਰਮ ਤੇ 5 ਸਾਲ ਦੇ ਸਮੇਂ ਨੂੰ ਤੇ ਜਿਹੜਾ ਉਹ ਨਿੰਦ ਸਕਦੇ ਨੇ, ਕੋਸ ਸਕਦੇ ਨੇ, ਉਹਨਾਂ ਤੇ ਟਿੱਪਣੀਆਂ ਕਰ ਸਕਦੇ ਨੇ, ਕਿਉਂਕਿ 5 ਸਾਲ ਰਾਜ ਤੁਹਾਡੇ ਕੋਲ ਰਿਹਾ ਤੇ ਤੁਸੀਂ 5 ਸਾਲ 'ਚ ਲੋਕਾਂ ਦਾ ਮਸਲੇ ਹੱਲ ਕਰਨੇ ਸੀ। ਜਦੋਂ ਤੁਸੀਂ ਨਹੀਂ ਕੀਤੇ ਤੇ ਉਹਨਾਂ ਨੂੰ ਤੇ ਹੱਕ ਹੈ, ਪਰ ਸਿੱਧੂ ਸਾਹਿਬ ਤੁਹਾਨੂੰ ਤਾਂ ਕੋਈ ਹੱਕ ਹੀ ਨਹੀਂ। ਤੁਸੀਂ ਤੇ ਆਪਣੇ ਤੇ ਇਲਜ਼ਾਮ ਲਾ ਰਹੇ ਹੋ ਕਰਪਸ਼ਨ ਦਾ, ਆਪਣੇ ਤੇ ਇਲਜ਼ਾਮ ਲਾ ਰਹੇ ਹੋ ਵੀ ਇੱਥੋਂ ਦੀ ਜਿਹੜੀ ਸਾਡੀ ਟੈਕਸ ਹੈ, ਜਿਹੜੇ ਟੈਕਸਾਂ ਦੇ ਪੈਸੇ ਆਏ, ਉਹ ਵੀ ਸਾਡੀ ਜਿਹੜੇ ਬੰਦੇ ਨੇ ਉਹਨੂੰ ਮਿਸਯੂਜ਼ ਕਰਕੇ ਵੱਡੇ ਵੱਡੇ ਪੋਸਟਰ ਤੇ ਵੱਡੀਆਂ ਵੱਡੀਆਂ ਐਡਾਂ ਦੇ ਕੇ ਆਪਣੇ ਆਪ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਉਹ 'ਚ ਤੁਸੀਂ ਵੀ ਕਿਦਣ ਪ੍ਰਧਾਨ ਬਣੇ ਸੀ ਨਾ, ਮੈਂ ਉਸ ਦਿਨ ਵੀ ਗੱਲ ਕੀਤੀ ਸੀ, ਜਿਸ ਦਿਨ ਤੁਸੀਂ ਪ੍ਰਧਾਨ ਬਣੇ, ਤੁਸੀਂ ਸਾਰੇ ਪੰਜਾਬ ਦੇ ਅੰਦਰ ਬਹੁਤ ਵੱਡੇ ਆਦਮਕਤ ਬੋਰਡ ਜਿਹੜੇ ਲਾਤੇ ਸੀ, ਉਹ ਪੈਸਾ ਕਿੱਥੋਂ ਆਇਆ ਸੀ? ਜੀ ਜੀ। ਸੋ ਇਸੇ ਤਰ੍ਹਾਂ ਜੀ ਅੱਜ ਪੰਜਾਬ ਦੀ ਸਰਕਾਰ, ਚੰਨੀ ਦੀ ਸਰਕਾਰ, ਆਪਣੇ ਛੋਟੇ ਜਿਹੇ ਮਸਲੇ ਲਈ ਬਹੁਤ ਵੱਡੇ ਜਿਹੜੇ ਪ੍ਰਚਾਰ ਜਿਹੜੇ ਅਖਬਾਰਾਂ ਰਾਹੀਂ, ਟੀਵੀ ਰਾਹੀਂ ਜਾਂ ਹੋਰ ਨਾ ਰਾਹੀਂ ਸਰਕਾਰ ਦਾ ਜਿਹੜਾ ਪੈਸਾ, ਟੈਕਸਾਂ ਦਾ ਪੈਸਾ, ਉਹ ਪਾਣੀ ਵਾਂਗੂ ਵਹਾਇਆ ਜਾ ਰਿਹਾ। ਖਜ਼ਾਨਾ ਪਹਿਲਾਂ ਹੀ 3000 ਕਰੋੜ ਤੋਂ ਉੱਪਰ ਕਰਜ਼ਾਈ ਹੋ ਗਿਆ, ਉਹਨੂੰ ਹੋਰ ਕਰਜ਼ੇ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ। ਸਿੱਧੂ ਸਾਹਿਬ, ਇਹਨੂੰ ਰੋਕਣ ਦੀ ਕੋਸ਼ਿਸ਼ ਤੁਸੀਂ ਕਰਨੀ ਸੀ, ਕਿਉਂਕਿ ਤੁਸੀਂ ਪਹਿਲਾਂ ਵੀ ਬਾਕੀ ਸਰਕਾਰਾਂ ਵੀ ਵੇਖੀਆਂ, ਬਾਕੀ ਵੀ ਤੁਸੀਂ ਆਪਣੇ ਜਿਹੜੇ ਭਾਜਪਾ ਦੇ 'ਚ ਤੁਸੀਂ 3 ਵਾਰ MP ਰਹਿ ਚੁੱਕੇ ਹੋ। ਤੁਸੀਂ ਉਸ ਵੇਲੇ ਕਦੇ ਵੀ ਇਹਨਾਂ ਤੇ ਗੌਰ ਨਹੀਂ ਕੀਤਾ, ਕਦੇ ਵੀ ਧਿਆਨ ਨਹੀਂ ਦਿੱਤਾ। ਹੁਣ ਇਹ 2 ਸਾਲ ਤੋਂ ਲਗਾਤਾਰ ਇਸ ਗੱਲ ਤੇ ਧਿਆਨ ਦਿੱਤਾ ਜਾ ਰਿਹਾ ਵੀ ਇਹ ਤੇ ਹਿੰਦੁਸਤਾਨ ਨੂੰ ਲੁੱਟ ਕੇ ਖਾ ਗਏ, ਪੰਜਾਬ ਨੂੰ ਲੁੱਟ ਕੇ ਖਾ ਗਏ। ਇਹ ਹੱਕ ਸਿਰਫ ਤੇ ਸਿਰਫ ਵਿਰੋਧੀ ਪਾਰਟੀਆਂ ਨੂੰ ਹੈ, ਤੁਹਾਨੂੰ ਨਹੀਂ ਹੈ, ਕਿਉਂਕਿ ਤੁਸੀਂ ਉਸ ਲੁੱਟ ਦੇ ਵਿੱਚ ਹਿੱਸੇਦਾਰ ਹੋ ਜੀ। ਤੁਸੀਂ ਉਸ ਟੀਮ ਦੇ, ਜਾਂ ਜਿਹੜੀ ਟੀਮ ਨੇ ਸਾਬਕਾ ਮੁੱਖ ਮੰਤਰੀ ਨੂੰ, ਅਮਰਿੰਦਰ ਸਿੰਘ ਨੂੰ ਲਾਇਆ ਸੀ, ਉਸ ਟੀਮ ਦੇ ਇੰਚਾਰਜ ਤੁਸੀਂ ਸੀ, ਹੈੱਡ ਤੁਸੀਂ ਸੀ, ਪਰ ਆਪਣੇ ਮਫਾਦ ਹੱਲ ਕਰਨ ਵਾਸਤੇ ਤੁਸੀਂ ਉਹ ਸਾਰੇ ਕਰਪਟ ਬੰਦੇ ਜਿਹੜੇ ਆਪਣੇ ਨਾਲ ਲੈ ਲਏ, ਉਹ ਸਾਰੇ ਉਹ ਟੀਮ ਲਈ। ਹੁਣ ਟੀਮ ਦਾ ਨਿਤਾਰਾ ਤੁਸੀਂ ਕਰਨ ਲੱਗੇ ਹੋ। ਜਦੋਂ ਟਿਕਟਾਂ ਦੀ ਵੰਡ ਹੋਈ, ਵੀ ਟਿਕਟਾਂ ਦੀ ਵੰਡ ਉਹਨਾਂ ਨੂੰ ਦਿੱਤੀ ਜਾਊਗੀ ਜਿਹੜੇ ਸਾਫ਼ ਸੁਥਰੇ ਹੋਣਗੇ। ਮੈਨੂੰ ਤਾਂ ਲੱਗਦਾ ਨਹੀਂ ਉਹ 'ਚ ਸਾਫ਼ ਸੁਥਰਾ ਕੋ ਹੋਵੇ। ਤੁਹਾਨੂੰ ਜੇ ਲੱਗਦਾ ਤਾਂ ਤੁਸੀਂ ਟਿਕਟਾਂ ਦੇ ਦਿਓ। ਰਾਣਾ ਗੁਰਜੀਤ ਨੇ ਵੀ ਇਹ ਲਹਿਲ ਸਾਹਿਬ ਇਹ ਠੋਕ ਕੇ ਕਿਹਾ ਕਿ ਮੇਰੀ ਕੋਈ ਟਿਕਟ ਕੱਟ ਕੇ ਦਿਖਾਵੇ। ਹੁਣ ਹਾਲਾਤ ਇਹ ਹੋਏ ਪਏ ਨੇ ਵੀ ਸਾਰੇ ਬੰਦੇ MLA ਬਣਨ ਨੂੰ ਫਿਰਦੇ ਨੇ, ਸਾਰੇ ਬੰਦੇ MP ਬਣਨ ਨੂੰ ਫਿਰਦੇ ਨੇ, ਸਾਰੇ ਬੰਦੇ ਕਬਜ਼ਾ ਕਰਨ ਨੂੰ ਫਿਰਦੇ ਨੇ, ਔਰ ਬਹੁਤ ਸਾਰੇ ਲੋਕਾਂ ਦੇ ਸਰਵੇ ਸ਼ੁਰੂ ਹੋ ਗਏ ਨੇ ਸੋਸ਼ਲ ਮੀਡੀਆ ਤੇ
ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੁਬਾਰੇ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ, ਨਵਜੋਤ ਸਿੱਧੂ ਮੁੱਖ ਮੰਤਰੀ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ। ਹਾਲਾਂਕਿ ਕਾਂਗਰਸ ਪਾਰਟੀ ਦੀ ਪੋਜੀਸ਼ਨ ਬੜੀ ਖਰਾਬ ਹੈ, ਅਕਾਲੀ ਦਲ ਦੀ ਪਹਿਲੀ ਖਰਾਬ ਸੀ, ਆਮ ਆਦਮੀ ਪਾਰਟੀ ਡਾਮਾਡੋਲ ਜੀ ਹੋਈ ਪਈ ਹੈ। ਕਿਸਾਨਾਂ ਦਾ ਪੰਜਾਬ ਦੇ ਵਿੱਚ ਕੋਈ ਹਜੇ ਉਭਾਰ ਨਹੀਂ ਨਜ਼ਰ ਆ ਰਿਹਾ ਵੀ ਕਿਸਾਨਾਂ ਨੇ ਚਲੋ ਐਸੋਸੀਏਸ਼ਨ ਬਣਾ ਲਈ, ਇੱਕ ਸੰਸਥਾ ਬਣਾ ਲਈ ਵੀ ਉਹਦੇ ਵਿੱਚ ਕਿਸਾਨ ਦੋ ਫਾੜ ਹੋਏ ਪਏ ਨੇ। ਹੁਣ 5 ਤਰੀਕ ਨੂੰ ਨਰਿੰਦਰ ਮੋਦੀ ਸਾਹਿਬ ਆ ਰਹੇ ਨੇ, ਕੱਲ੍ਹ ਵੀ ਆਪਾਂ ਗੱਲ ਕਰੀ ਸੀ, ਔਰ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਅਨਾਉਂਸ ਕਰਤਾ, ਕੁਛ ਕਿਸਾਨ ਜਥੇਬੰਦੀਆਂ ਨੇ ਕਿ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਨਰਿੰਦਰ ਮੋਦੀ ਸਾਹਿਬ ਦਾ। ਉਹ ਕਹਿੰਦੇ ਕਿਸੇ ਨੇ ਪੁੱਛਿਆ ਵੀ ਕਿਉਂ ਵਿਰੋਧ ਕਰੋਗੇ, ਹੁਣ ਤਾਂ 3 ਕਾਲੇ ਕਾਨੂੰਨ ਵਾਪਸ ਲੈ ਲਿਓ। ਕਹਿੰਦੇ ਕਾਨੂੰਨ ਵਾਪਸ ਲਏ ਨੇ, ਮਸਲੇ ਜਿਉਂਦੇ ਤਿਉਂ ਨੇ, ਨਾ ਤਾਂ ਹਜੇ ਪਰਚੇ ਜਿਹੜੇ ਦਰਜ ਕੀਤੇ ਸੀ ਉਹ ਰੱਦ ਹੋਏ ਨੇ, ਨਾ MSP ਦਾ ਕੋਈ ਮਸਲਾ ਹੱਲ ਹੈ ਗਿਆ। ਇਹ ਸਿਰਫ ਜਵਾਨੀ ਕਲਾਮੀ ਗੱਲਾਂ ਨੇ, ਉਹਦੇ ਤੇ ਜਿਹੜਾ ਸੰਘਰਸ਼ ਖਤਮ ਕਰਕੇ ਵਾਪਸ ਆ ਗਏ। ਲੇਕਿਨ ਹਲੇ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀ ਕਿਸਾਨਾਂ ਨੇ ਕਰ ਰਹੀਆਂ ਨੇ। BJP ਵਾਸਤੇ ਸਮੱਸਿਆਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਸਰਵੇ ਅੰਕੜੇ ਦੱਸਦੇ ਨੇ ਟੈਲੀਵਿਜ਼ਨ ਚੈਨਲਾਂ ਦੇ, ਰੇਡੀਓ ਦੇ ਜਾਂ TV ਦੇ ਕਿ BJP ਨੂੰ ਬਹੁਤ ਘੱਟ ਸੀਟਾਂ ਮਿਲ ਰਹੀਆਂ ਨੇ, ਔਰ BJP ਇਸ ਗੱਲ ਦੇ ਵਿੱਚ ਪੱਕੀ ਹੋਈ ਪਈ ਹੈ ਕਿ ਸਰਕਾਰ ਅਸੀਂ ਬਣਾਵਾਂਗੇ। ਹੁਣ ਕਿਸਾਨ ਜਥੇਬੰਦੀਆਂ ਸਰਕਾਰ ਬਣਾਉਣਗੀਆਂ ਜਾਂ ਆਮ ਆਦਮੀ ਪਾਰਟੀ ਬਣਾਊਗੀ ਜਾਂ ਕਾਂਗਰਸ ਬਣਾਊ ਜਾਂ ਅਕਾਲੀ ਬਣਾਉਣਗੇ ਜਾਂ ਬਸਪਾ ਜਾਂ BJP, ਕਿਹੜਾ ਸਰਕਾਰ ਬਣਾਊਗਾ? ਇੱਕੋ ਇੱਕ ਏਜੰਡਾ ਲੈਲ ਸਾਹਿਬ, ਮੇਨ ਮਨੋਰਥ ਇਹ ਹੈ ਕਿ ਪੰਜਾਬ ਦੀ ਸੱਤਾ 'ਤੇ ਕਿਵੇਂ ਕਬਜ਼ਾ ਕੀਤਾ ਜਾਵੇ। ਇੱਕੋ ਇੱਕ ਮਨੋਰਥ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕਿਵੇਂ ਲੁੱਟਿਆ ਜਾਵੇ। ਔਰ ਉਹੀ ਤੁਹਾਡੇ ਵਾਲੀ ਗੱਲ ਜੀ, ਭ੍ਰਿਸ਼ਟ ਉਹੀ ਮੰਤਰੀ ਨੇ, ਉਹੀ MLA ਨੇ ਜਿਨ੍ਹਾਂ ਦਾ ਮਾਈਨਿੰਗ 'ਤੇ ਕਬਜ਼ਾ ਹੈ, ਜਿਨ੍ਹਾਂ ਦਾ ਟਰਾਂਸਪੋਰਟ 'ਤੇ ਕਬਜ਼ਾ ਹੈ, ਜਿਨ੍ਹਾਂ ਦੇ ਹੋਰ ਬਾਕੀ ਚੀਜ਼ਾਂ 'ਤੇ ਕਬਜ਼ਾ ਹੈ। ਉਹੀ ਕਬਜ਼ੇ ਵਾਲੇ ਲੋਕਾਂ ਨੂੰ ਦੁਬਾਰੇ MLA ਚੁਣਨ ਵਾਸਤੇ ਲੋਕਾਂ ਦੀ ਕਚਹਿਰੀ ਵਿੱਚ ਭੇਜਿਆ ਜਾ ਰਿਹਾ ਹੈ। ਹੁਣ ਹੋਣਾ ਕੀ ਹੈ? ਹੋਰ 10 ਕੁ ਦਿਨ ਤੱਕ ਸੀਟਾਂ ਦੀ ਅਨਾਉਂਸਮੈਂਟ ਹੋਣੀ ਸ਼ੁਰੂ ਹੋਣੀ ਹੈ ਕਾਂਗਰਸ ਦੇ ਵਿੱਚ। ਫਿਰ ਵੇਖਿਓ ਕਾਂਗਰਸ ਨੂੰ ਛੱਡ ਕੇ ਕਿੰਨੇ ਭੱਜਦੇ। ਇਹ ਸਾਰੇ ਕਿੱਧਰ ਭੱਜਣਗੇ? BJP ਵਾਲੇ ਪਾਸੇ ਭੱਜਣਗੇ, ਅਕਾਲੀਆਂ ਵਾਲੇ ਪਾਸੇ ਨਹੀਂ ਭੱਜਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਡਿਕਲੇਅਰ ਹੈ ਕਿ ਉਹ BJP ਵਾਲੇ ਪਾਸੇ ਜਾ ਚੁੱਕੇ ਨੇ। ਔਰ ਇਸੇ ਕਰਕੇ ਕੈਪਟਨ ਖੇਮੇ ਦੇ ਬੰਦੇ ਸਿਰਫ ਇਸ ਗੱਲ ਦੀ ਵੇਟ ਕਰ ਰਹੇ ਨੇ ਕਿ ਜਿਹਦਾ ਸਾਨੂੰ ਟਿਕਟ ਮਿਲ ਗਈ ਕਾਂਗਰਸ ਪਾਰਟੀ ਵੱਲੋਂ ਫਿਰ ਤਾਂ ਅਸੀਂ ਇੱਥੇ ਰਹਾਂਗੇ, ਨਹੀਂ ਅਸੀਂ ਹੋ ਜਾਵਾਂਗੇ ਫੁਰ ਸ਼ੂ ਮੰਤਰ। ਜਿਸ ਤਰ੍ਹਾਂ ਤੁਹਾਡਾ ਉਹ ਬਾਜਵੇ ਦਾ ਭਰਾ ਹੋ ਗਿਆ, ਉਹ ਕਹਿੰਦਾ ਪਹਿਲਾਂ ਇਹ ਗਾਲਾਂ ਕੱਢਦਾ ਸੀ ਭਾਜਪਾ ਨੂੰ ਇਹ ਦੁਸ਼ਮਣ ਕੌਮ ਦੱਸਦਾ ਸੀ, ਇਹ ਹੁਣ ਭਾਜਪਾ ਸ਼ਾਮਲ ਹੋ ਗਿਆ। ਉਧਰੋਂ ਮਨਜਿੰਦਰ ਸਿੰਘ ਸਿਰਸਾ ਭਾਜਪਾ ਨੂੰ ਕੋਸਦਾ ਸੀ, ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ। ਨਕਈ ਸਾਹਿਬ ਹੋ ਗਏ, ਉਹ ਭਾਜਪਾ ਸ਼ਾਮਲ ਹੋ ਗਏ। ਔਰ ਮਨਜਿੰਦਰ ਸਿੰਘ ਸਿਰਸਾ ਨੇ ਫੇਰ ਪਲਟਾ ਮਾਰ ਲਿਆ, ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹਨੇ ਅਸਤੀਫਾ ਦੇ ਦਿੱਤਾ ਸੀ, ਦੁਬਾਰੇ ਫੇਰ ਅਸਤੀਫਾ ਵਾਪਸ ਲੈ ਲਿਆ। ਹੁਣ ਤੁਸੀਂ ਵੇਖੋ ਸਿਆਸਤ ਜਾ ਕਿੱਧਰ ਰਹੀ ਹੈ। ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਦੇ ਦਲਜੀਤ ਸਿੰਘ ਚੀਮਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਬੁਲਾਰਾ ਹੈ, ਉਹਦਾ ਬਿਆਨ ਵੀ ਆ ਗਿਆ ਵੀ ਕੇਂਦਰ ਸਰਕਾਰ ਗੁਰਦੁਆਰਿਆਂ ਤੇ ਮੁੜ ਮਨਜਿੰਦਰ ਸਿੰਘ ਸਿਰਸਾ ਨੂੰ ਬਿਠਾ ਕੇ ਕਬਜ਼ਾ ਕਰਨਾ ਚਾਹੁੰਦੀ ਹੈ। ਰਹਿਲ ਸਾਹਿਬ ਧਿਆਨ ਦਿਓ ਜੀ, ਕਬਜ਼ਾ ਕਰਨਾ ਚਾਹੁੰਦੀ ਹੈ। ਇਹ ਕਬਜ਼ਾ ਸਿੱਖ ਸੰਗਤ ਬਰਦਾਸ਼ਤ ਨਹੀਂ ਕਰੂਗੀ। ਹੁਣ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਹੈ। ਜੇ ਦਿੱਲੀ ਤੇ ਕੇਂਦਰ ਸਰਕਾਰ ਨੇ ਕਬਜ਼ਾ ਕਰ ਲਿਆ ਤਾਂ ਤੁਹਾਨੂੰ ਇਤਰਾਜ਼ ਕਿਉਂ ਹੈ ਇਸ ਗੱਲ ਦਾ? ਸੋ ਕੁੱਲ ਮਿਲਾ ਕੇ ਇਹ ਸਾਰੇ ਇੱਕੋ ਜਿਹੇ ਨੇ, ਇੱਕੋ ਜਿਹੀ ਇਹਨਾਂ ਦੀ ਸੋਚ ਹੈ, ਇੱਕੋ ਜਿਹੇ ਪਾਈਪ ਪੂਰਨਿਆਂ ਤੇ ਚੱਲਦੇ ਨੇ। ਹੁਣ ਇਸ ਗੱਲ ਦੀ ਪਰਖ ਕਿਵੇਂ ਹੋਵੇ ਵੀ ਕਿਹੜਾ ਇਮਾਨਦਾਰ ਹੈ ਕਿਹੜਾ ਬੇਈਮਾਨ ਹੈ? ਗਿੱਲ ਸਾਹਿਬ ਗੱਲ ਤਾਂ ਇਹ ਆ ਵੀ ਮੈਂ ਤਾਂ ਅਸੀਂ ਪਹਿਲਾਂ ਹੀ ਕਹਿੰਦੇ ਆ ਰਿਹਾ ਵੀ ਇਹਨਾਂ ਦੇ ਜਿਹੜੇ ਰਾਜਸੀ ਲੋਕਾਂ ਦੇ, ਇਹਨਾਂ ਨੇਤਾਵਾਂ ਦੇ ਕੋਈ ਹਿੱਤ ਨਹੀਂ ਹੁੰਦੇ ਜੀ। ਇਹਨਾਂ ਨੂੰ ਕੋਈ ਯਾਰ ਨਹੀਂ, ਕੋਈ ਦੁਸ਼ਮਣ ਨਹੀਂ। ਜਿਹੜਾ ਰਾਤ ਨੂੰ ਯਾਰ ਆ ਅਗਲੇ ਦਿਨ ਦੁਸ਼ਮਣ ਬਣ ਜਾਂਦਾ, ਜਿਹੜਾ ਅੱਜ ਦੁਸ਼ਮਣ ਆ ਕੱਲ ਨੂੰ ਯਾਰ ਬਣ ਜਾਂਦਾ। ਇਹਨਾਂ ਦੇ ਆਪਣੇ ਨਿੱਜੀ ਹਿੱਤ ਨੇ, ਇਹਨਾਂ ਦੇ ਲੋਕ ਹਿੱਤਾਂ ਨਾਲ ਕੋਈ ਮਤਲਬ ਨਹੀਂ ਹੁੰਦਾ। ਸੋ ਇਸੇ ਕਾਰਨ ਕਰਕੇ ਜਦੋਂ ਇਹਨਾਂ ਦੇ ਆਪਣੇ ਹਿੱਤ ਜਿਹੜੇ ਆ ਉਹ 'ਤੇ ਕੋਈ ਨਾ ਕੋਈ ਟੌਂਚ ਲੱਗਦੀ ਹੈ ਜਾਂ ਕੋਈ ਨਾ ਕੋਈ ਗੱਲ ਆਉਂਦੀ ਹੈ ਤੇ ਉਸ ਵੇਲੇ ਇਹ ਉਸ ਪਾਰਟੀ ਤੋਂ ਬਾਹਰ ਆ ਜਾਂਦੇ ਨੇ। ਜੀ। ਹੁਣ ਪਤਾ ਹਰ ਇੱਕ ਨੂੰ ਕਿਉਂਕਿ ਟਿਕਟਾਂ ਦੀ ਵੰਡ ਹੋਣੀ ਹੈ ਔਰ ਇਹਨਾਂ ਨੂੰ ਪਤਾ ਹੈ ਵੀ ਸਾਡੀ ਆਪਣੀਆਂ ਕਮਜ਼ੋਰੀਆਂ ਕਰਕੇ ਹੋ ਸਕਦਾ ਪਾਰਟੀ ਸਾਨੂੰ ਟਿਕਟ ਨਾ ਦੇਵੇ ਤੇ ਦੂਜੀ ਪਾਰਟੀ ਸਾਨੂੰ ਐਕਸੈਪਟ ਕਰਨ ਨੂੰ ਤਿਆਰ ਹੈ। ਇਹ ਆਪਣੇ ਹਿੱਤਾਂ ਕਰਕੇ ਉਸ ਪਾਰਟੀ ਨੂੰ ਤਲਾਂਜਲੀ ਦੇ ਕੇ ਦੂਜੇ ਦਾ ਜਿਹੜਾ ਪੱਲਾ ਫੜ ਲੈਂਦੇ ਜਾਣ ਨੂੰ ਤਿਆਰ ਨੇ। ਨਾ ਤਾਂ ਨੀਤੀ ਉਹਨਾਂ 'ਚ ਕੋਈ ਕੰਮ ਕੀਤਾ ਸੀ, ਨਾ ਉਹਨਾਂ 'ਚ ਕੀਤਾ ਸੀ। ਸਵਾਲ ਤੇ ਸੁੱਖ ਲੈਣ ਦੀ ਹੈ, ਸਰਕਾਰ 'ਚ ਹਿੱਸਾ ਬਣਨ ਦੀ ਹੈ, ਹਿੱਸਾ ਲੈਣ ਦੀ ਹੈ। ਨਹੀਂ ਤਾਂ ਜੇ ਕੁਰਬਾਨੀ ਦੇਣੀ ਹੋਵੇ, ਜੇ ਸੇਵਾ ਹੀ ਕਰਨੀ ਹੋਵੇ ਤਾਂ ਬਹੁਤ ਅਜਿਹੇ ਮੌਕੇ ਨੇ ਸੇਵਾ ਕੀਤਾ ਜਾ ਸਕਦਾ। ਸੇਵਾ ਦਾ ਤਾਂ ਬਹੁਤ ਵੱਡਾ ਖੇਤਰ ਹੈ। ਸੇਵਾ ਕੀਤੀ ਭਗਤ ਸਿੰਘ ਹੋਣਾ, ਸੇਵਾ ਕੀਤੀ ਸਾਡੇ ਰਾਜਗੁਰੂ ਸੁਖਦੇਵ ਹੋਣਾ, ਸੇਵਾ ਕੀਤੀ ਕਰਤਾਰ ਸਿੰਘ ਸਰਾਭੇ ਹੋਣਾ, ਜੀ, ਊਧਮ ਸਿੰਘ ਸਨਾਮ ਵਰਗਿਆਂ ਨੇ। ਉਹ ਸੇਵਾ ਸੀ
ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਲਾਈਆਂ। ਇਹ ਤਾਂ ਸਿਰਫ ਆਪਣੀ ਉਹ ਐਮਐਲਏ ਦੀ ਸੀਟ, ਐਮਪੀ ਦੀ ਸੀਟ, ਮੰਤਰੀ ਜਾਂ ਕੋਈ ਚੇਅਰਮੈਨ ਜਾਂ ਵਿਧਾਇਕ ਬਣਨ ਦੀ ਸੇਵਾ 'ਚ ਲੱਗੇ ਹੋਏ ਨੇ ਵੀ ਉੱਥੋਂ ਬੈਨੀਫਿਟ ਬਹੁਤ ਮਿਲਦਾ। ਸੋ ਅੱਜ ਇੱਕ ਹੋਰ ਨਿਊਜ਼, ਲੱਖੋਵਾਲ ਸਾਹਿਬ ਨੇ ਵੀ ਜਿਵੇਂ ਉਹ ਟੀਮ ਦੇ ਵਿੱਚੋਂ ਜਿਹੜੀ ਆ ਉਹ ਕਿਸਾਨ ਜਥੇਬੰਦੀਆਂ ਚੋਣਾਂ ਦਾ ਜਿਹੜਾ ਉਹ ਹਿੱਸਾ ਨਹੀਂ ਬਣੇ, ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਚੋਣਾਂ ਵਾਲੀ ਪਾਰਟੀ ਦੀ ਕੋਈ ਮਦਦ ਨਹੀਂ ਕਰਾਂਗੇ। ਇੱਕ ਬਹੁਤ ਵਧੀਆ ਕਾਰਜ ਹੈ। ਇਹਨਾਂ ਨੂੰ ਸਿਰਫ ਕਿਸਾਨਾਂ ਦੇ ਆਪਣੇ ਮੰਗਾਂ ਮਸਲਿਆਂ ਦੇ ਉੱਤੇ ਹੀ ਧਿਆਨ ਦੇਣਾ ਚਾਹੀਦਾ। ਇਹ ਗੱਲ ਪੱਕੀ ਹੈ, ਇਹ ਗੱਲ ਸਪਸ਼ਟ ਹੈ ਕਿ ਬਹੁਤ ਅਨੇਕਾਂ ਮੰਗਾਂ ਜਿਹੜੀਆਂ ਸਾਡੀਆਂ ਅਜੇ ਪੈਂਡਿੰਗ ਪਈਆਂ, ਜਿਹੜੀਆਂ ਅਸੀਂ ਉੱਥੋਂ 2 ਦਿਨ ਛੱਡ ਕੇ ਵਾਪਸ ਆ ਗਏ ਸੀ। ਸਮਝੌਤਾ ਹੋ ਗਿਆ ਸੀ ਇਸ ਗੱਲ ਲਈ ਵੀ 3 ਕਾਲੇ ਕਾਨੂੰਨ ਵਾਪਸ ਲੈ ਲਏ ਜਾਂਦੇ ਨੇ, ਬਾਕੀਆਂ ਦੇ ਉੱਤੇ ਕਮੇਟੀ ਬਣ ਜੂਗੀ। ਪਰ ਨਾ ਤਾਂ ਇਹਦੇ ਕਮੇਟੀ ਬਣੀ ਹੈ ਔਰ ਨਾ ਹੀ ਜਿਹੜੇ ਬਾਕੀ ਸਾਡੀਆਂ ਜਿਨ੍ਹਾਂ ਦੇ ਪਰਚੇ ਦਰਜ ਨੇ ਪਰਚੇ ਵਾਪਸ ਨਹੀਂ ਹੋਏ। ਸੋ ਕਹਿਣ ਦਾ ਭਾਵ ਕਿਸਾਨ ਜਥੇਬੰਦੀਆਂ ਨੂੰ ਰਲ ਕੇ ਇੱਕ ਵੱਡਾ ਹਈਆ ਹੋਰ ਜਿਹੜਾ ਹੰਭਲਾ ਮਾਰਨ ਦੀ ਜ਼ਰੂਰਤ ਹੈ, ਨਾ ਕਿ ਚੋਣਾਂ ਦੇ ਵਿੱਚ ਆਣ ਕੇ ਆਪਣੇ ਆਪ ਨੂੰ ਗੰਧਲੀ ਸਿਆਸਤ ਦੇ ਵਿੱਚ ਪਾ ਕੇ ਆਪਣੇ ਆਪ ਨੂੰ ਉਹ ਗੰਧ 'ਚ ਜਿਹੜਾ ਉਹ ਪਹੁੰਚ ਜਾਣਗੇ। ਸੋ ਇਸ ਕਰਕੇ ਗੱਲ ਸਪਸ਼ਟ ਹੈ ਵੀ ਜਿੰਨੇ ਵੀ ਰਾਜਨੀਤਿਕ ਲੋਕ ਇਹ ਇੱਕ ਨੂੰ ਛੱਡ ਕੇ ਦੂਜੇ ਵੱਲ ਜਾ ਰਹੇ। ਅਜੇ ਤਾਂ 5 ਤਰੀਕ ਨੂੰ ਜਦੋਂ ਪ੍ਰਧਾਨ ਮੰਤਰੀ ਇੰਡੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇੱਥੇ ਆਉਣਾ, ਫਿਰੋਜ਼ਪੁਰ ਆਉਣਾ, ਔਰ ਉਸ ਵੇਲੇ ਬਹੁਤ ਵੱਡੇ ਜਿਹੜੇ ਇਹਦੇ ਹੋਰ ਦਿਗਵੀ ਦੇ ਆਗੂ ਜਿਹੜੇ ਨੇ ਉਹ ਨਿਕਲ ਕੇ ਜਿਹੜੇ ਇਸ ਪਾਸੇ ਆ ਜਾਣਗੇ, ਚਲੇ ਜਾਣਗੇ। ਸੋ ਕਈ ਕਾਰਨ ਇਹਦੇ, ਔਰ ਉਹਨਾਂ ਬੁਨਿਆਦੀ ਜਿਹੜੇ ਮਤਲਬ ਆਪਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਿਹਾ, ਔਰ ਨਰਿੰਦਰ ਮੋਦੀ ਨੇ ਇਹ ਛੋਟੇ ਮਸਲਿਆਂ ਦੀ ਗੱਲ ਨਹੀਂ ਕਰਨੀ। ਉਹਨੇ ਉਹ ਮੁੱਦੇ ਜਿਹੜੇ ਮੁੱਦੇ ਸਾਡੀ ਕਾਂਗਰਸ ਵੀ ਭੁੱਲ ਚੁੱਕੀ ਹੈ, ਜਿਹੜੇ ਮੁੱਦੇ ਸਾਡੇ ਅਕਾਲੀ ਦਲ ਨੇ ਵੀ ਛੱਡ ਦਿੱਤੇ ਨੇ, ਉਹ ਮੁੱਦੇ ਜਿਹੜੇ ਆਮ ਆਦਮੀ ਪਾਰਟੀ ਕੋ ਹੈ ਹੀ ਨਹੀਂ। ਸੋ ਇਹ ਸਾਰੇ ਮੁੱਦੇ ਜਿਹੜੇ ਛੱਡੇ ਹੋਏ ਮੁੱਦੇ ਨੇ, ਜਿਹੜੇ ਸਾਡੇ ਦਰਿਆਈ ਪਾਣੀ ਦੀ ਗੱਲ ਸੀ, ਦਰਿਆਈ ਪਾਣੀਆਂ ਦੀ ਗੱਲ ਸੀ, ਜਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਸੀ, ਪੰਜਾਬੀ ਬੋਲਦੇ ਹਲਕੇ ਪੰਜਾਬ ਨੂੰ ਦੇਣ ਦੀ ਗੱਲ ਸੀ, ਜਾਂ ਹੋਰ ਅਨੇਕਾਂ ਇਹੋ ਜਿਹੇ ਬੁਨਿਆਦੀ ਮਸਲੇ ਜਿਨ੍ਹਾਂ ਤੋਂ ਹੁਣ ਤੱਕ ਪਰਦਾ ਪਾ ਕੇ ਖੋਲ੍ਹਿਆ ਹੀ ਨਹੀਂ ਗਿਆ, ਮੁੜ ਕੇ ਛੱਡੇ ਨੇ। ਇਹਨਾਂ ਮੁੱਦਿਆਂ ਨੂੰ ਫਿਰ ਜਿਹੜਾ 5 ਤਰੀਕ ਨੂੰ ਉਹ ਫਿਰ ਵਿਚਾਰ ਅਧੀਨ ਲਿਆਂਦਾ ਜਾਏਗਾ, ਫਿਰ ਇਹਨੂੰ ਖੋਲ੍ਹਿਆ ਜਾਏਗਾ, ਕਿਉਂਕਿ ਇਹ ਜਿਹੜੀ SY ਨਹਿਰ ਦੇ ਮੁੱਦੇ ਨੇ, ਇਹ ਸਾਰੇ ਮੁੱਦੇ ਜਿਹੜੇ ਨੇ ਇਹ ਫਿਰ ਉਠਾਏ ਜਾਣਗੇ ਕਿਉਂਕਿ ਚੋਣਾਂ ਦਾ ਦੌਰ ਹੈ। ਸੋ ਇਸ ਮਾਮਲੇ 'ਚ ਇੱਕ ਨਵੀਆਂ ਜਿਹੜੀਆਂ ਪੈੜਾਂ ਜਿਹੜੀਆਂ ਉਹ ਪੈਣ ਵਾਲੀਆਂ। ਸੋ ਤੁਸੀਂ ਇਹ ਦੇਖਦੇ ਰਹਿਣਾ 5 ਤਰੀਕ ਦੇ ਤੱਕ ਇਹ ਕਈ ਕੁਛ ਜਿਹੜਾ ਉਹ ਸਿਆਸਤ ਦੇ ਵਿੱਚ ਆਉਣ ਵਾਲਾ। ਸੋ ਇਹ ਕਰਕੇ ਸਾਨੂੰ ਆਪਣੀਆਂ ਅੱਖਾਂ ਤੇ ਕੰਨ ਤੇ ਜਿਹੜੀਆਂ ਸਾਡੇ ਇਹ ਖੁੱਲ੍ਹੇ ਰੱਖਣੇ ਚਾਹੀਦੇ ਆ। ਇਹਨਾਂ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ। ਜਦ ਤੱਕ ਇਹਨਾਂ ਦੀਆਂ ਚਾਲਾਂ ਨਹੀਂ ਸਮਝਦੇ ਤਦ ਤੱਕ ਅਸੀਂ ਆਪਣੀ ਸੁੱਚੀ ਤੇ ਸੱਚੀ ਜਿਹੜੀ ਸਰਕਾਰ ਉਹ ਨਹੀਂ ਬਣਾ ਸਕਦੇ। ਸੋ ਇਹਨਾਂ ਦੇ ਆਪਣੇ ਇੰਨੇ ਵਿਰੋਧ ਨੇ, ਇੰਨਾ ਕੁਛ ਅੰਦਰ ਝਗੜੇ ਨੇ, ਉਹ ਸਿਰਫ ਝਗੜੇ ਕਿਤੇ ਸਮਾਜ ਨੂੰ ਸੁਧਾਰਨ ਵੱਲ ਨਹੀਂ ਜਾਂ ਉਹ ਵਿਕਾਸ ਵੱਲ ਨਹੀਂ, ਉਹ ਸਿਰਫ ਤੇ ਸਿਰਫ ਜਿਹੜੇ ਨੇ ਉਹ ਨਿੱਜੀ ਇਸ ਸਰਕਾਰ ਦੇ ਹਿੱਸੇ 'ਚ ਮਤਲਬ ਜਿਹੜੀ ਸਰਕਾਰ ਹੈ ਉਹ 'ਚੋਂ ਹਿੱਸਾ ਪਾਉਣ ਦੀ ਗੱਲ ਹੈ। ਸੋ ਸਾਨੂੰ ਸਾਰਿਆਂ ਨੂੰ, ਪੰਜਾਬ ਵਾਲੇ ਖਾਸ ਕਰਕੇ ਤੇ ਵਿਦੇਸ਼ਾਂ ਵਾਲਿਆਂ ਨੂੰ ਇਹ ਅੱਖਾਂ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ, ਕੰਨ ਖੋਲ੍ਹ ਕੇ ਰੱਖਣੇ ਚਾਹੀਦੇ ਨੇ। ਇਸ ਕਰਕੇ ਕਿ ਆਉਣ ਵਾਲੀਆਂ 2022 ਦੀਆਂ ਇਲੈਕਸ਼ਨਾਂ 'ਚ ਆਪਣੇ ਤੌਰ ਤੇ ਇੱਕ ਇਕੱਠ ਪੈਦਾ ਕਰੋ। ਕੱਲ ਇੱਕ ਬਹੁਤ ਵਧੀਆ ਗੱਲ ਰਾਜੇਵਾਲ ਨੇ ਕਹੀ, ਅਗਰ ਰਾਜੇਵਾਲ ਸਾਹਿਬ ਆਪਣੀ ਇਸ ਗੱਲ ਤੇ ਪੂਰੇ ਉਤਰ ਜਾਣ ਤਾਂ ਮੇਰਾ ਖਿਆਲ ਪੰਜਾਬ ਦਾ ਬਹੁਤ ਵੱਡਾ ਸੁਧਾਰ ਹੋ ਸਕਦਾ। ਉਹ ਕਹਿੰਦਾ ਅਸੀਂ ਆਮ ਲੋਕਾਂ ਦਾ ਇਕੱਠ ਜਿਹੜਾ ਕਰਨ ਵਾਸਤੇ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ, ਅਸੀਂ ਇਹਨਾਂ ਦਾ ਆਵਾਮ ਨੂੰ ਇਕੱਠਾ ਕਰਕੇ ਇਸ ਗੱਲ ਲਈ ਕਰ ਰਹੇ ਵੀ ਲੋਕ ਲਹਿਰ ਪੈਦਾ ਕੀਤੀ ਜਾਵੇ, ਲੋਕਾਂ ਨੂੰ ਸੰਘਰਸ਼ਾਂ ਨਾਲ ਜੋੜਿਆ ਜਾਵੇ ਤੇ ਸੰਘਰਸ਼ ਤੇ ਲੋਕ ਲਹਿਰ ਹੀ ਸਾਡੇ ਲੋਕਾਂ ਦੀ ਮੁਕਤੀ ਦਾ ਹੱਲ ਹੈ। ਮੈਂ ਕਹਿੰਦਾ ਇਸੇ ਗੱਲ ਤੇ ਜੇ ਪਹਿਰਾ ਦਿੰਦੇ ਨੇ ਤੇ ਫਿਰ ਚੋਣਾਂ ਵੱਲ ਨਹੀਂ ਵਧਣਾ ਚਾਹੀਦਾ। ਫਿਰ ਬਹੁਤ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ 2 ਇਹਨਾਂ ਨੂੰ ਛੱਡ ਕੇ ਬਾਹਰ ਆ ਗਈਆਂ ਨੇ, ਨਵੀਆਂ ਤੇ ਕੋਈ ਨਹੀਂ ਆਈਆਂ, ਕਿਉਂਕਿ ਹਰ ਬੰਦੇ ਨੂੰ ਪਤਾ ਇਹ ਪੋਲੀਟੀਸ਼ੀਅਨ ਜਿਹੜੇ ਲੋਕ ਨੇ ਇਹ ਕਹਿਣ ਨੂੰ ਕੁਛ ਤੇ ਕਰਨ ਨੂੰ ਕੁਛ ਨੇ। ਕਿਉਂਕਿ ਹਿੰਦੁਸਤਾਨ ਦੇ ਲੈਵਲ ਦੇ ਉੱਤੇ ਜਾਂ ਪੰਜਾਬ ਲੈਵਲ ਦੇ ਉੱਤੇ ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਨੇ, ਬਹੁਤ ਵੱਡੇ ਜਿਹੜੇ ਸਾਡੇ ਪੰਜਾਬ ਦੇ ਵਿਕਾਸ ਦੇ ਮੁੱਦੇ ਨੇ, ਸੋ ਉਹਨਾਂ ਮੁੱਦਿਆਂ ਨੂੰ ਸ਼ੁਰੂ ਕਰਨਾ ਜਾਂ ਉਠਾਉਣਾ, ਇਹ ਬੋਲਣਾ ਤੇ ਬੜਾ ਸੌਖਾ ਹੈ ਪਰ ਉਹਨੂੰ ਇੰਪਲੀਮੈਂਟ ਕਰਨਾ, ਉਹਨੂੰ ਲਾਗੂ ਕਰਨਾ ਬਹੁਤ ਔਖਾ ਹੈ। ਕਿਉਂਕਿ ਬਿਊਰੋਕਰੇਟਸ ਇੰਨੇ ਜ਼ਿਆਦਾ ਸਮਝਦਾਰ ਤੇ ਸਿਆਣੇ ਨੇ, ਉਹਨਾਂ 'ਚ ਆਮ ਆਦਮੀ ਜਾ ਕੇ ਜਦੋਂ ਗੱਲ ਕਰਦਾ, ਬਹੁਤਿਆਂ ਸਾਡੇ ਕਿਸਾਨ ਵੀਰਾਂ ਨੂੰ ਤੇ ਮੇਰਾ ਖਿਆਲ ਅੰਗਰੇਜ਼ੀ ਨਹੀਂ ਆਉਂਦੀ ਹੋਣੀ, ਉਹ ਪੜ੍ਹ ਨਹੀਂ ਸਕਦੇ ਹੋਣੇ, ਤੇ ਸਾਡੇ ਬਿਊਰੋਕਰੇਟਸ ਇਹੋ ਜਿਹੇ ਨੇ ਵੀ ਅੰਗਰੇਜ਼ੀ ਦੇ ਸ਼ਬਦਾਂ ਨੂੰ ਦਾ ਹੈ, ਦੀ ਹੈ, ਦੇ ਹਨ ਦੇ ਫਰਕ ਨਾਲ ਹੀ ਉਹ ਬਹੁਤ ਵੱਡੇ ਪਲਟੇ ਕਰਾ ਦਿੰਦੀਆਂ ਨੇ। ਉਹ ਆਪਣੀਆਂ ਗੱਲਾਂ ਕਹੀਆਂ ਹੋਈਆਂ ਨੂੰ ਉਹ ਲਾਗੂ ਨਹੀਂ ਕਰ ਸਕਦੇ ਕਿਉਂਕਿ ਉਹ 'ਚ ਫਰਕ ਇੰਨਾ ਹੁੰਦਾ ਕਿ ਸਾਡੇ ਉਹਦੇ ਪ੍ਰੋਨੰਸੀਏਸ਼ਨ ਦੀ ਉਹ ਸਮਝ ਨਹੀਂ ਪੈਂਦੀ ਵੀ ਇਹਦੇ ਅਰਥ ਕੀ ਨੇ। ਕਈ ਸ਼ਬਦਾਂ ਦੇ ਬਹੁਤ ਵੱਡੇ ਅਰਥ ਨੇ। ਸੋ ਇਸ ਕਰਕੇ ਸਾਨੂੰ ਐਜੂਕੇਟ ਹੋਣਾ ਚਾਹੀਦਾ।
ਸਮਝਦਾਰੀ ਹੋਣੀ ਚਾਹੀਦੀ ਹੈ। ਰਾਜਸੀ ਲੋਕਾਂ ਦੀਆਂ ਚਾਲਾਂ ਨੂੰ ਸਮਝ ਕੇ ਆਉਣ ਵਾਲੀਆਂ 2022 ਦੀਆਂ ਇਲੈਕਸ਼ਨ ਸੁੱਚੀ ਤੇ ਸੱਚੀ ਸਰਕਾਰ ਤਾਂ ਚੁਣੀ ਜਾ ਸਕਦੀ ਹੈ ਜੇ ਤੁਸੀਂ ਏਕਾ ਕਰਕੇ ਇਕੱਠ ਕਰਕੇ ਇਹਨਾਂ ਲੋਕਾਂ ਤੋਂ ਪਿੰਡਾਂ 'ਚ ਆਉਣ ਲੱਗਿਆਂ ਇਹਨਾਂ ਤੋਂ ਜਵਾਬ ਜ਼ਰੂਰ ਪੁੱਛੋ। ਜੀ ਲੈਲ ਸਾਹਿਬ, ਦੋਸਤੋ ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿਸ ਤਰ੍ਹਾਂ ਦੀ ਲੱਗੀ? ਆਪਣੇ ਵਿਚਾਰ ਆਪਣੇ ਸੁਝਾਅ ਸਾਨੂੰ ਜ਼ਰੂਰ ਦੇ ਦਿਆ ਕਰੋ। ਕੱਲ ਫਿਰ ਮਿਲਾਂਗੇ ਜੀ ਕਿਸੇ ਨਵੀਂ ਚਰਚਾ ਦੇ ਨਾਲ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਰੱਬ ਰਾਖਾ।